ਗੁਰੂ ਵਾਹਿ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜਿੰਨਾ ਵੀ ਉਪਦੇਸ਼ ਹੈ ਸਾਰਾ ਆਪਣੇ ਮਨ ਨੂੰ ਦਿੱਤਾ ਜੰਤ। ਹੁਣ ਮਨ ਨੂੰ ਸਮਝਾਉਂਦੇ ਬਈ ਤੂੰ ਪਰਮਾਤਮਾ ਦਾ ਸਿਮਰਨ ਕਰ। ਜੇ ਤੂੰ ਨਹੀਂ ਸਿਮਰੇਂਗਾ ਪਰਮਾਤਮਾ ਨੂੰ, ਫਿਰ ਜਿਹੜਾ ਤੇਰਾ ਸਮਾਂ ਜਦੋਂ ਬੀਤ ਗਿਆ, ਫਿਰ ਤੂੰ ਇਹ ਸਮੇਂ ਨੂੰ ਪਛਤਾਏਂਗਾ। ਫਿਰ ਤੈਨੂੰ ਪਛਤਾਵਾ ਹੋਏਗਾ ਵੀ ਮੈਂ ਕਿਉਂ ਨਾ ਸਿਮਰਨ ਕੀਤਾ, ਕਿਉਂ ਨਾ ਭਗਤੀ ਕੀਤੀ। ਬਈ ਤੇਰਾ ਜਿਹੜਾ ਸਮਾਂ ਇਹ ਤਾਂ ਅੱਜ ਜਾਂ ਕੱਲ੍ਹ ਖਤਮ ਹੋ ਹੀ ਜਾਣਾ। ਬਈ ਜਾਣਾ ਤਾਂ ਇੱਥੋਂ ਹੈਗਾ ਹੀ ਹੈ। ਸੋ ਇਸ ਵਾਸਤੇ ਫਿਰ ਮਨ ਨੂੰ ਸਮਝਾਉਂਦੇ ਰਾਮ ਸਿਮਰ ਪਛਤਾਏਗਾ ਮਨ, ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ। ਬਈ ਤੂੰ ਇੱਧਰ ਲੋਭ ਕਰਦਾ ਤੇ ਇੱਧਰ ਲਾਲਚ ਕਰਦਾ। ਬਈ ਲਾਲਚ ਦੇ ਵਿੱਚ ਪੈ ਕੇ ਤੂੰ ਆਪਦਾ ਜਨਮ ਜਿਹੜਾ ਹੈ ਗਵਾ ਲਏਗਾ, ਤੇ ਮਾਇਆ ਨੇ ਤੈਨੂੰ ਭਰਮ ਦੇ ਵਿੱਚ ਭੁਲਾਈ ਰੱਖਣਾ। ਜਿਹਦਾ ਤੂੰ ਗਰਭ ਕਰਦਾ ਇਸ ਸਰੀਰ ਦਾ ਜਾਂ ਧਨ ਦਾ, ਇਹਦਾ ਤੇਰਾ ਇਸ ਤਰ੍ਹਾਂ ਗਲ ਜਾਏਗਾ ਵੀ ਜਿਵੇਂ ਕਾਗਜ਼ ਗਲ ਜਾਂਦਾ ਪਾਣੀ ਦੇ ਵਿੱਚ। ਮਹਾਰਾਜ ਕਹਿੰਦੇ ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਏਗਾ। ਧਨ ਜੋ ਬਨ ਕਾ ਗਰਭ ਨ ਕੀਜੇ, ਕਾਗਜ਼ ਜਿਉਂ ਗਲ ਜਾਏਗਾ। ਬਈ ਤੂੰ ਇੱਧਰ ਗਰਭ ਨਾ ਕਰ। ਸੰਸਾਰ ਦੇ ਵਿੱਚ ਤੂੰ ਕਾਹਦਾ ਗਰਭ, ਕਾਹਦਾ ਹੰਕਾਰ ਕਰਦਾ। ਬਈ ਇਹ ਤੂੰ ਜਵਾਨੀ ਦਾ ਜਾਂ ਇਹ ਸੰਸਾਰੀ ਧਨ ਦਾ ਕਾਹਦਾ ਘਮੰਡ ਕਰਦਾ। ਇਹ ਤਾਂ ਤੇਰਾ ਇਸ ਤਰ੍ਹਾਂ ਗਲ ਜਾਣਾ ਹੈ ਬਈ ਜਿਵੇਂ ਪਾਣੀ ਦੇ ਵਿੱਚ ਕਾਗਜ਼ ਗਲ ਜਾਂਦੇ। ਸੋ ਐਸੀ ਅਵਸਥਾ ਦੇ ਵਿੱਚ ਫਿਰ ਮਨ ਨੂੰ ਸਮਝਾਉਂਦੇ ਵੀ ਹੁਣ ਤੂੰ ਸਿਮਰਨ ਭਗਤੀ ਕਰ, ਜਿਸ ਮਕਸਦ ਵਾਸਤੇ ਤੈਨੂੰ ਇਹ ਜੀਵਨ ਮਿਲੇ।
ਹੋਰ ਕਿਸੇ ਆਕਾਰ, ਹੋਰ ਕਿਸੇ ਜਨਮ ਦੇ ਵਿੱਚ ਹੀ ਸਾਨੂੰ ਮੌਕਾ, ਇਹ ਸਾਨੂੰ ਵਾਰੀ ਨਹੀਂ ਦਿੱਤੀ ਜਾਂਦੀ। ਸਿਰਫ ਇੱਕ ਮਾਨਸ ਜਨਮ ਹੀ ਹੈ ਜਿਹਦੇ ਵਿੱਚ ਹੁਣ ਆਪਾਂ ਭਗਤੀ ਕਰ ਸਕਦੇ। ਮਹਾਰਾਜ ਤਾਂਹੀਓ ਸਾਨੂੰ ਸਮਝਾਉਣਾ ਕਰਦੇ, ਫਰਮਾਉਂਦੇ, ਸਭ ਮੋਹ ਮਾਇਆ ਸਰੀਰ ਹਰ ਕੀਆ, ਵਿੱਚ ਦੇਹੀ ਮਾਨਖ ਭਗਤ ਕਰਾਈ। ਵੀ ਇੱਕ ਮਾਨਸ ਦੇਹੀ ਹੀ ਹੈ ਜਿਹਦੇ ਵਿੱਚ ਅਸੀਂ ਭਗਤੀ ਕਰ ਸਕਦੇ। ਹੋਰ ਕਿਸੇ ਆਕਾਰ, ਹੋਰ ਕਿਸੇ ਦੇਹੀ ਦੇ ਵਿੱਚ ਭਗਤੀ ਨਹੀਂ ਹੁੰਦੀ। ਜਿਵੇਂ ਦੇਵੀ ਦੇਵਤੇ, ਉਹ ਵੀ ਭਗਤੀ ਨਹੀਂ ਕਰ ਸਕਦੇ। ਉਹਨਾਂ ਨੇ ਕਮਾਈ ਤਾਂ ਕੀਤੀ ਮਾਨਸ ਜਾਮੇ ਵਿੱਚ, ਅਨਹਦ ਬਾਣੀ ਤੱਕ ਪਹੁੰਚੇ, ਅਤੇ ਜਦੋਂ ਉਹਨਾਂ ਦਾ ਦਿੱਤਾ ਹੋਇਆ ਸਮਾਂ ਖਤਮ ਹੋ ਗਿਆ, ਉਹ ਦੇਵਲੋਕ 'ਚ ਚਲੇ ਗਏ। ਹੁਣ ਦੇਵਲੋਕ ਤੋਂ ਉੱਪਰ ਜਾਣ ਵਾਸਤੇ, ਮਾਲਕ ਦੇ ਵਿੱਚ ਸਮਾਉਣ ਵਾਸਤੇ, ਮਾਲਕ ਨੂੰ ਮਿਲਣ ਵਾਸਤੇ, ਹੁਣ ਉਹਨਾਂ ਨੂੰ ਫੇਰ ਮਾਨਸ ਦੇਹੀ 'ਚ ਆਉਣਾ ਪੈਣਾ। ਜਦੋਂ ਗੁਰਮੁਖ ਭਗਤੀ ਕਰਦੇ, ਨਾਮ 'ਚ ਸਮਾਉਂਦੇ, ਨਾਦ ਦੇ ਵਿੱਚ, ਉਹਨਾਂ ਦਾ ਜਨਮ ਮਰਨ ਖੰਡਨ ਹੋ ਜਾਂਦਾ। ਫਿਰ ਜਿਹੜੇ ਦੇਵੀ ਦੇਵਤੇ ਉਹ ਵੀ ਦੇਖਦੇ ਇਹ ਖੇਲ ਨੂੰ। ਫਿਰ ਉਹਨਾਂ ਗੁਰਮੁਖਾਂ ਵੱਲ ਦੇਖ ਕੇ ਉਹਨਾਂ ਦੇ ਮਨ ਦੇ ਵਿੱਚ ਵੀ ਚਾਅ ਪੈਦਾ ਹੁੰਦਾ ਵੀ ਅਸੀਂ ਵੀ ਮਾਲਕ ਨੂੰ ਮਿਲੀਏ, ਅਸੀਂ ਵੀ ਉਹਦੇ ਵਿੱਚ ਲੀਨ ਹੋ ਜਾਈਏ। ਫਿਰ ਉਹ ਵੀ ਬੇਨਤੀਆਂ ਕਰਦੇ ਅਕਾਲ ਪੁਰਖ ਨੂੰ ਵੀ ਸਾਨੂੰ ਵੀ ਇੱਕ ਵਾਰ ਮਾਨਸ ਜਾਮਾ ਦਿਓ, ਤਾਂ ਕਿ ਅਸੀਂ ਮਾਨਸ ਜਾਮੇ ਵਿੱਚ ਜਾ ਕੇ ਭਗਤੀ ਕਰਕੇ ਸਦਾ ਵਾਸਤੇ ਆਪਦਾ ਜਿਹੜਾ ਜਨਮ ਮਰਨ ਉਹ ਖੰਡਨ ਕਰ ਲਈਏ। ਔਰ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਮਾਨਸ ਦੇਹੀ ਜਿਹੜੀ ਸਾਨੂੰ ਮਿਲੀ, ਇਹਨੂੰ ਮਾਮੂਲੀ ਨਾ ਸਮਝੋ। ਇਹਨੂੰ ਦੇਵੀ ਦੇਵਤੇ ਉਹ ਵੀ ਮੰਗਦੇ, ਉਹ ਵੀ ਸਿਮਰਦੇ ਵੀ ਸਾਨੂੰ ਵੀ ਮਾਨਸ ਜਾਮਾ ਚਾਹੀਦਾ। ਮਹਾਰਾਜ ਇਸ ਲਈ ਫਰਮਾਉਂਦੇ ਵੀ ਕਾਹਦੇ ਵਾਸਤੇ ਮਿਲੀ, ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਵੀ ਮਾਨਸ ਜਾਮੇ ਦਾ ਸਾਨੂੰ ਕੋਈ ਹੋਰ ਲਾਭ, ਹੋਰ ਕੋਈ ਲਾਹਾ ਨਹੀਂ ਹੈ। ਇਹਦਾ ਸਾਨੂੰ ਲਾਭ ਇਹੀ ਹੈ ਵੀ ਇਹਦੇ ਵਿੱਚ ਅਸੀਂ ਭਗਤੀ ਕਰ ਸਕਦੇ। ਜੇ ਹੁਣ ਭਗਤੀ ਨਹੀਂ ਕਰਦੇ, ਫਿਰ ਮਹਾਰਾਜ ਕਹਿੰਦੇ ਵੀ ਇਹਦਾ ਕੋਈ ਲਾਭ ਨਹੀਂ, ਕੋਈ ਲਾਹਾ ਨਹੀਂ। ਫਿਰ ਤਾਂ ਇਹ ਪਸ਼ੂ ਤੇ ਪ੍ਰੀਤਮ ਤੋਂ ਵੀ ਭੈੜਾ ਜੀ। ਬਈ ਮਾਨਸ ਜਾਮਾ ਤਾਂ ਮਿਲ ਗਿਆ ਬੜੇ ਚਿਰਾਂ ਬਾਅਦ, ਜੇ ਇਹਦੇ ਵਿੱਚ ਹੁਣ ਅਸੀਂ ਭਗਤੀ ਨਹੀਂ ਕਰਦੇ, ਜਿਹਨੇ ਸਾਡੀ ਸਿਰਜਣਾ ਕੀਤੀ ਉਹ ਸਿਰਜਣਹਾਰ ਨੂੰ ਨਹੀਂ ਜਾਣਦੇ, ਉਹਦੇ ਨਾਲ ਮਿਲਾਪ ਨਹੀਂ ਕਰਦੇ। ਫਿਰ ਮਹਾਰਾਜ ਕਹਿੰਦੇ ਵੀ ਇਹ ਪਸ਼ੂ ਤੇ ਪ੍ਰੀਤਮ ਤੋਂ ਵੀ ਭੈੜੇ ਨੇ। ਵੀ ਦੇਖਣ ਨੂੰ ਤਾਂ ਮਾਨਸ ਨੇ, ਪਰ ਹੈ ਇਹ ਪਸ਼ੂਆਂ ਵਰਗੇ ਨੇ। ਮਹਾਰਾਜ ਫਰਮਾਉਂਦੇ, ਚਰਨ ਕਾਲ ਪਾਈ ਦੁਰਲੰਭ ਦੇ, ਨਾਮ ਬਿਹੂਣੀ ਹੋਈ ਖੇ। ਪਸ਼ੂ ਪ੍ਰੇਤ ਮੁਗਤ ਤੇ ਬੁਰੀ, ਤਿਸੇ ਨਾ ਬੂਝੇ ਜੈਨੇ ਹੋ ਸਿਰੀ। ਵੀ ਜੋ ਸਿਰਜਣਹਾਰ ਮਾਲਕ ਉਹਨੂੰ ਜਾਣੇ ਹੀ ਨਹੀਂ, ਉਹਦੇ ਸਨਮੁਖ ਹੀ ਨਹੀਂ ਹੋਏ। ਫਿਰ ਕਹਿੰਦੇ ਵੀ ਪਸ਼ੂ ਤੇ ਪ੍ਰੇਤਾਂ ਤੋਂ ਵੀ ਭੈੜੇ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਇਹ ਜੋ ਸਾਨੂੰ ਮਾਨਸ ਜਾਮਾ ਮਿਲੇ ਹੈ, ਇਹਦੇ ਵਿੱਚ ਹੁਣ ਸਾਨੂੰ ਇਹ ਵਾਰੀ ਦਿੱਤੀ ਜਾਂਦੀ ਵੀ ਹੁਣ ਅਸੀਂ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਕਰ ਲਈਏ। ਤਾਂਹੀਓ ਆਪਾਂ ਨੂੰ ਰੋਜ਼ ਸਤਿਗੁਰੂ ਫਰਮਾਉਂਦੇ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ। ਵੀ ਹੌਣੀ ਵਾਰੀ ਹੈ, ਹੌਣੀ ਮੌਕਾ, ਤੇ ਹੌਣੀ ਅਸੀਂ ਮਿਲ ਸਕਦੇ ਹਾਂ, ਫਿਰ ਨਹੀਂ ਕਿਤੇ ਮਿਲ ਸਕਦੇ। ਹੋਰ ਕਿਸੇ ਆਕਾਰ ਦੇ ਵਿੱਚ ਮੌਕਾ ਨਹੀਂ, ਵਾਰੀ ਨਹੀਂ, ਸਿਰਫ ਆਪਾਂ ਨੂੰ ਹੀ ਵਾਰੀ। ਹੁਣ ਤਾਈਓ ਫਿਰ ਸਾਨੂੰ ਸਮਝਾਉਂਦੇ ਵੀ ਮਿਲਾਪ ਕਿਵੇਂ ਹੋਵੇ ਤੇ ਅਸੀਂ ਵਿਛੜੇ ਕਿਵੇਂ। ਫਿਰ ਇਹ ਵਿਛੋੜੇ ਤੋਂ ਲੈ ਕੇ ਮਿਲਾਪ ਤੱਕ ਦੀ ਜਿਹੜੀ ਕਹਾਣੀ,
ਇਹਨੂੰ ਗੁਰਬਾਣੀ ਗੁਰੂ ਵਿੱਚ ਕਥ ਕਹਾਣੀ ਆਖਿਆ, ਕਥ ਕਥਾ। ਇਹਨੂੰ ਪ੍ਰੇਮ ਕਥਾ ਦਾ ਨਾਮ ਦਿੱਤਾ ਗਿਆ ਵੀ ਉਹ ਗੁਰਮੁਖ ਧੰਨ ਜਿਨ੍ਹਾਂ ਨੇ ਮਾਲਕ ਨਾਲ ਮਿਲਾਪ ਕਰ ਲਿਆ, ਅਤੇ ਉਹਨਾਂ ਤੋਂ ਅਸੀਂ ਪੁੱਛਣਾ ਜਾ ਕੇ ਬਈ ਤੁਸੀਂ ਕਿਵੇਂ ਪਰਮਾਤਮਾ ਨੂੰ ਜਾਣਿਆ ਅਤੇ ਕਿਵੇਂ ਮਿਲਾਪ ਕੀਤਾ, ਅਤੇ ਸਾਨੂੰ ਵੀ ਉਹ ਪਰਮਾਤਮਾ ਦੀ ਗੱਲ ਸੁਣਾਓ ਅਤੇ ਸਾਨੂੰ ਵੀ ਦੱਸੋ ਵੀ ਅਸੀਂ ਵੀ ਕਿਵੇਂ ਮਿਲੀਏ। ਮਹਾਰਾਜ ਇਸ ਲਈ ਫਰਮਾਉਂਦੇ, ਧੰਨ ਧੰਨ ਹਰ ਜਨ, ਜਨ ਹਰ ਪ੍ਰਭ ਜਾਤਾ, ਜਾਏ ਪੁੱਛਾਂ ਜਨ ਹਰ ਕੀਆਂ ਬਾਤਾਂ। ਬਈ ਮੈਂ ਉਹ ਹਰੀ ਦੇ ਜਨ ਤੋਂ ਜਿਹੜਾ ਧੰਨ ਹੈ, ਜਿਹਨੇ ਮਿਲਾਪ ਕੀਤਾ, ਅਤੇ ਉਹ ਤੋਂ ਜਾ ਕੇ ਪਰਮਾਤਮਾ ਦੀ ਗੱਲ ਪੁੱਛੀਏ, ਉਹ ਤੋਂ ਪੁੱਛੀਏ ਵੀ ਤੁਸੀਂ ਕਿਵੇਂ ਮਿਲਾਪ ਕੀਤਾ, ਅਤੇ ਸਾਨੂੰ ਵੀ ਦੱਸੋ ਵੀ ਅਸੀਂ ਕਿਵੇਂ ਮਿਲ ਸਕਦੇ। ਮਹਾਰਾਜ ਇਸ ਲਈ ਕਹਿੰਦੇ ਵੀ ਜਿਨ੍ਹਾਂ ਨੇ ਜਾਣ ਲਿਆ ਸਤਿਪੁਰਖ ਨੂੰ, ਸਤਿਗੁਰੂ ਨੂੰ, ਮਾਲਕ ਨੂੰ, ਫਿਰ ਉਹਨੂੰ ਜਾਣ ਕੇ ਉਹਦਾ ਹੀ ਰੂਪ ਹੋ ਜਾਂਦੇ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੇ ਸੰਗ ਸਿੱਖ ਉਧਰੇ, ਨਾਨਕ ਹਰ ਗੁਣ ਗਾਓ। ਬਈ ਜਿਨ੍ਹਾਂ ਨੇ ਸਤਿਪੁਰਖ ਨੂੰ ਜਾਣ ਲਿਆ, ਉਹਨਾਂ ਦਾ ਸੰਗ ਕਰਕੇ ਸਾਡਾ ਵੀ ਆਧਾਰ ਹੋ ਸਕਦਾ। ਉਹਨਾਂ ਦਾ ਸੰਗ ਕਰਕੇ ਅਸੀਂ ਵੀ ਪਰਮਾਤਮਾ ਨੂੰ ਮਿਲ ਸਕਦੇ। ਹੁਣ ਤਾਂ ਫਿਰ ਮਹਾਰਾਜ ਕਹਿੰਦੇ ਵੀ ਉਹਨਾਂ ਗੁਰਮੁਖਾਂ ਤੋਂ ਫਿਰ ਪੁੱਛੋ। ਉਹ ਫਿਰ ਆਪਾਂ ਨੂੰ ਇਹ ਕਥਾ ਕਹਾਣੀ ਸੁਣਾਉਂਦੇ, ਉਹ ਸਾਨੂੰ ਮਿਲਾਪ ਦਾ ਰਸਤਾ ਦੱਸਦੇ ਵੀ ਕਿਵੇਂ ਅਸੀਂ ਪਰਮਾਤਮਾ ਤੋਂ ਵਿਛੜੇ ਹਾਂ, ਅਤੇ ਕਿਵੇਂ ਹੁਣ ਅਸੀਂ ਪਰਮਾਤਮਾ ਨਾਲ ਵਾਪਸ ਫਿਰ ਮਿਲਾਪ ਕਰਨਾ। ਕਿਹੜੇ ਕਰਮਾਂ ਕਰਕੇ ਅਸੀਂ ਵਿਛੜੇ ਹਾਂ ਮਾਲਕ ਤੋਂ, ਅਤੇ ਹੁਣ ਅਸੀਂ ਕਿਹੜੇ ਐਸੇ ਕਰਮ ਕਰੀਏ, ਕਿਹੜਾ ਅਸੀਂ ਐਸਾ ਹਾਰ ਸ਼ਿੰਗਾਰ ਕਰੀਏ ਜਿਹਦੇ ਨਾਲ ਸਾਡਾ ਪਤੀ ਪਰਮੇਸ਼ਰ ਖੁਸ਼ ਹੋ ਜਾਵੇ। ਹੁਣ ਮਹਾਰਾਜ ਫਿਰ ਦੱਸਦੇ ਬਈ ਇੱਕ ਤਾਂ ਉਹ ਜੀਵ ਨੇ ਜਿਹੜੇ ਆਪਦੀ ਮੱਤ ਦੁਆਰਾ ਚੱਲਦੇ, ਜਿਹੜੇ ਫਿਰ ਇਹ ਸਰੀਰ ਦਾ ਹਾਰ ਸ਼ਿੰਗਾਰ ਕਰਦੇ, ਸਿਰਫ ਉਹ ਕਰਦੇ ਕਾਲ ਨੂੰ ਖੁਸ਼ ਕਰਨ ਵਾਸਤੇ, ਇਹਨਾਂ ਪੰਜਾਂ ਦੂਤਾਂ ਨੂੰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਖੁਸ਼ ਕਰਨ ਵਾਸਤੇ। ਉਦੋਂ ਜਦੋਂ ਜੀਵ ਨੇ ਇਹ ਕੱਪੜਾ ਪਾਇਆ ਹੁੰਦਾ ਲੋਭ ਦਾ ਰੰਗ ਕੇ, ਇਹ ਕੱਪੜਾ ਜਿਹੜਾ ਅਸੀਂ ਲੋਭ ਦਾ ਰੰਗ ਕੇ ਪਾਇਆ, ਇਹ ਸਾਡੇ ਪਤੀ ਪਰਮੇਸ਼ਰ ਨੂੰ ਨਹੀਂ ਭਾਉਂਦਾ। ਮਹਾਰਾਜ ਕਹਿੰਦੇ ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਧਨ ਛੇਜੇ ਜਾਏ। ਬਈ ਮਨਮੁਖ ਨੇ ਜਿਹੜਾ ਕੱਪੜਾ ਪਾਇਆ, ਉਹ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਨਹੀਂ ਇਹ ਹਾਰ ਸ਼ਿੰਗਾਰ ਕਰਦਾ। ਉਹਦਾ ਜਿਹੜਾ ਹਾਰ ਸ਼ਿੰਗਾਰ ਹੈ ਸਰੀਰ ਦਾ, ਉਹ ਇਹਨਾਂ ਪੰਜਾਂ ਦੂਤਾਂ ਨੂੰ ਖੁਸ਼ ਕਰਨ ਵਾਸਤੇ, ਕਾਲ ਨੂੰ ਖੁਸ਼ ਕਰਨ ਵਾਸਤੇ, ਵੀ ਮੈਂ ਕਿਵੇਂ ਸੋਹਣਾ ਦਿਸਾਂ। ਹੁਣ ਇਹ ਤਾਂ ਮਨਮੁਖਾਂ ਦਾ ਸ਼ਿੰਗਾਰ ਹੈ, ਅਤੇ ਜਿਹੜੇ ਗੁਰਮੁਖ ਉਹ ਕਿਹੜਾ ਸ਼ਿੰਗਾਰ ਕਰਦੇ, ਫਿਰ ਉਹ ਮਨ ਦਾ ਸ਼ਿੰਗਾਰ ਕਰਦੇ ਵੀ ਸਾਡਾ ਮਨ ਕਿਵੇਂ ਸੁੰਦਰ ਹੋਵੇ, ਸਾਡਾ ਮਨ ਕਿਵੇਂ ਸੋਹਣਾ ਹੋਵੇ, ਆ ਕੇ ਅਸੀਂ ਪਤੀ ਪਰਮੇਸ਼ਰ ਨੂੰ ਭਾ ਜਾਈਏ। ਮਨਮੁਖ ਨੂੰ ਤਾਂ ਮਨ ਦਾ ਗਿਆਨ ਹੀ ਨਹੀਂ, ਉਹ ਤਾਂ ਸਿਰਫ ਇਹ ਤਨ ਤੱਕ ਸੀਮਿਤ ਹੋਣ ਕਰਕੇ ਤਨ ਨੂੰ ਸਜਾਉਣ ਲੱਗਿਆ ਹੋਇਆ। ਹੁਣ ਮਹਾਰਾਜ ਫਿਰ ਦੱਸਦੇ ਵੀ ਜਦੋਂ ਅਸੀਂ ਗੁਰਮੁਖਾਂ ਤੋਂ ਪੁੱਛਦੇ ਵੀ ਤੁਸੀਂ ਕਿਹੜਾ ਸ਼ਿੰਗਾਰ ਕੀਤਾ, ਫਿਰ ਉਹ ਜਿਹੜੀਆਂ ਸੁਹਾਗਣਾ ਹੁੰਦੀਆਂ ਵੀ ਜਿਹੜੀਆਂ ਪਤੀ ਵਾਲੀਆਂ ਨੇ, ਜਿਨ੍ਹਾਂ ਦਾ ਪਤੀ ਨਾਲ ਮਿਲਾਪ ਹੋ ਗਿਆ, ਉਹ ਉਹਨਾਂ ਨੂੰ ਗੁਰਮੁਖ ਕਹਿੰਦੇ ਅਤੇ ਉਹਨਾਂ ਨੂੰ ਸੁਹਾਗਣਾ ਕਹਿੰਦੇ। ਫਿਰ ਆਪਾਂ ਉਹਨਾਂ ਸੁਹਾਗਣਾ ਤੋਂ ਪੁੱਛਦੇ ਹਾਂ, ਕੀ ਪੁੱਛਦੇ? ਮਹਾਰਾਜ ਕਹਿੰਦੇ ਪੁੱਛੋ ਜਾਏ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਬਈ ਤੁਸੀਂ ਕਿਹੜੇ ਗੁਣ ਧਾਰਨ ਕੀਤੇ ਵੀ ਤਾਂ ਕਿ ਜਿਹੜਾ ਤੁਹਾਡਾ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ। ਫਿਰ ਉਹ ਆਪਾਂ ਨੂੰ ਸੁਹਾਗਣਾ ਦੱਸਦੀਆਂ ਵੀ ਅਸੀਂ ਸਹਿਜ ਦੇ ਵਿੱਚ ਰਹਿਣਾ ਸ਼ੁਰੂ ਕੀਤਾ, ਸਹਿਜ ਵਾਲਾ ਸ਼ਿੰਗਾਰ ਕੀਤਾ, ਮਿੱਠਾ ਬੋਲਣਾ ਸ਼ੁਰੂ ਕੀਤਾ। ਸਹਿਜ ਸ਼ਿੰਗਾਰ ਬਣਾਈਆ ਮਿੱਠਾ ਬੋਲਣੀ, ਪੈਰ ਰਸਾਲੂ ਤਾਂ ਮਿਲੇ ਜੇ ਗੁਰ ਕਾ ਸ਼ਬਦ ਸੁਣੀ।
ਫਿਰ ਉਹ ਆਪਾਂ ਨੂੰ ਸੁਹਾਗਣਾ ਦੱਸਦੀਆਂ ਵੀ ਅਸੀਂ ਕਿਹੜਾ ਸ਼ਿੰਗਾਰ ਕਰਨਾ। ਇਹ ਸ਼ਿੰਗਾਰ ਫਿਰ ਸਾਡੇ ਮਨ ਵਾਸਤੇ, ਜਿਵੇਂ ਆਪਾਂ ਨੂੰ ਕਹਿੰਦੇ ਵੀ ਤੁਸੀਂ ਆਪਦੇ ਗਲ ਦੇ ਵਿੱਚ ਹੀਰਿਆਂ ਦਾ ਜਿਹੜਾ ਹਾਰ ਉਹ ਪਾ ਲਓ, ਹੀਰੇ ਤੇ ਰਤਨਾਂ 'ਚ, ਵੀ ਉਹ ਜਿਹੜਾ ਸਾਡੇ ਪਤੀ ਪਰਮੇਸ਼ਰ ਨੂੰ ਬਹੁਤ ਉਹ ਸੋਹਣਾ ਲੱਗਦਾ, ਉਹ ਹਾਰ ਪਾਇਆ ਹੋਇਆ ਉਹਨੂੰ ਭਾਉਂਦਾ ਬਹੁਤ। ਜਿਵੇਂ ਇੱਕ ਤਾਂ ਹਾਰ ਹੁੰਦੇ ਨਾ ਵੀ ਸੰਸਾਰ ਦੇ ਵਿੱਚ ਜੀਵ ਪਾਉਂਦੇ ਗਲ ਦੇ ਵਿੱਚ, ਇੱਕ ਹਾਰ ਜਿਹੜਾ ਗੁਰਮੁਖ ਪਹਿਨ ਸੀ, ਉਹ ਕਿਹੜਾ ਹਾਰ, ਉਹ ਕਿਵੇਂ ਫਿਰ ਆਪਣੇ ਕੰਠ ਦੇ ਵਿੱਚ ਪਹਿਰਿਆ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਹਰ ਹਾਰ ਕੰਠ ਜਿੰਨੀ ਪਹਿਰਿਆ। ਫਿਰ ਉਹ ਸੁਹਾਗਣਾ ਦੱਸਦੀਆਂ ਵੀ ਤੁਸੀਂ ਇਹ ਹੀਰੇ ਤੇ ਰਤਨਾਂ ਦਾ ਜਿਹੜਾ ਇਹ ਹਾਰ ਆਪਦੇ ਗਲ 'ਚ ਪਾਓ। ਫਿਰ ਆਪਾਂ ਉਹਨਾਂ ਤੋਂ ਪੁੱਛਦੇ ਵੀ ਸਾਨੂੰ ਦੱਸੋ ਵੀ ਉਹ ਹੀਰੇ ਕਿੱਥੋਂ ਮਿਲਣਗੇ ਤੇ ਰਤਨ ਕਿੱਥੋਂ ਮਿਲਣਗੇ। ਫਿਰ ਉਹ ਆਪਾਂ ਨੂੰ ਦੱਸਦੇ ਵੀ ਹੀਰੇ ਤਾਂ ਤੁਹਾਡੇ ਕੋਲ ਹੀ ਨੇ, ਜਿਹੜੇ ਸਵਾਸ ਨੇ ਇਹਨਾਂ ਨੂੰ ਹੀਰੇ ਕਹਿੰਦੇ, ਤੇ ਗੁਰੂ ਦਾ ਜਿਹੜਾ ਸ਼ਬਦ ਹੈ ਇਹਨੂੰ ਰਤਨ ਕਹਿੰਦੇ। ਹੁਣ ਆਪਾਂ ਨੂੰ ਕਹਿੰਦੇ ਵੀ ਇਹ ਰਤਨ ਜਿਹੜਾ ਗੁਰੂ ਦਾ ਸ਼ਬਦ, ਤੇ ਇਹਦੇ ਵਿੱਚ ਹੀਰਿਆਂ ਨੂੰ ਜਾਣਨਾ, ਇਸ ਤਰੀਕੇ ਨਾਲ ਜਾਣਨਾ ਵੀ ਬਿਲਕੁਲ ਵੀ ਹੀਰਾ ਸਵਾਸ ਹੈ ਜਿਹੜਾ ਸਾਡਾ ਇੱਧਰ ਉੱਧਰ ਨਾ ਹੋਵੇ। ਉਹਦੇ ਵਾਸਤੇ ਫਿਰ ਵਿਧੀ ਤਰੀਕਾ ਦੱਸਦੇ ਵੀ ਜਦੋਂ ਸਵਾਸ ਅੰਦਰ ਜਾਂਦਾ ਵਾਹੇ ਤੇ ਬਾਹਰ ਆਉਂਦਾ ਗੁਰੂ ਬੋਲੋ, ਗੁਰੂ ਦਾ ਸ਼ਬਦ ਇਹ ਰਤਨ ਹੈ ਤੇ ਇਹਦੇ ਵਿੱਚ ਹੀਰਿਆਂ ਨੂੰ ਜੜੋ। ਮਹਾਰਾਜ ਫਰਮਾਉਂਦੇ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਹੁਣ ਜਦੋਂ ਫਿਰ ਅਸੀਂ ਇਹ ਰਤਨ ਦੇ ਵਿੱਚ ਹੀਰਿਆਂ ਨੂੰ ਜੜਦੇ ਹਾਂ, ਫਿਰ ਇਹ ਆਪਣਾ ਗਲ ਦੇ ਵਿੱਚ ਕੰਠ ਦੇ ਵਿੱਚ ਇਹ ਹਾਰ ਪੈ ਜਾਂਦਾ। ਆਵਾ ਸਿਮਰਨ ਕੀਤੀ ਜਾਂਦੇ ਹਾਂ ਤੇ ਉਹ ਕੰਠ ਦੇ ਵਿੱਚ ਹਾਰ ਪੈ ਗਿਆ। ਤੇ ਜਦੋਂ ਅਸੀਂ ਇਹ ਹਾਰ ਪਹਿਨਾਂਗੇ, ਇਹ ਅਸੀਂ ਪਹਿਨਦੇ ਹਾਂ ਸੰਸਾਰੀ ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਾਂ ਕਾਲ ਨੂੰ ਖੁਸ਼ ਕਰਨ ਵਾਸਤੇ ਨਹੀਂ। ਜਿਵੇਂ ਮਨਮੁਖ ਨੇ ਤਾਂ ਇਹ ਕਾਲ ਨੂੰ ਖੁਸ਼ ਕਰਨ ਵਾਸਤੇ ਸ਼ਿੰਗਾਰ ਕੀਤਾ। ਹੁਣ ਆਪਾਂ ਜਿਹੜਾ ਇਹ ਗੁਰਮੁਖ ਸ਼ਿੰਗਾਰ ਕਰਦੇ, ਕੰਠ 'ਚ ਹਾਰ ਪਾਉਂਦੇ, ਮਾਲਕ ਨੂੰ ਖੁਸ਼ ਕਰਨ ਵਾਸਤੇ, ਪਤੀ ਨੂੰ ਖੁਸ਼ ਕਰਨ ਵਾਸਤੇ। ਫਿਰ ਇਹ ਆਪਾਂ ਜਦੋਂ ਹਾਰ ਪਹਿਨ ਲਿਆ, ਫਿਰ ਉਹ ਕਹਿੰਦੇ ਵੀ ਹੁਣ ਤੁਸੀਂ ਆਪਦੇ ਨੇਤਰਾਂ ਦੇ ਵਿੱਚ ਭੈ ਦੀਆਂ ਸਲਾਈਆਂ ਪਾ ਲਓ, ਵੀ ਮਾਲਕ ਹੈ ਜਿਹੜਾ ਉਹ ਸਾਨੂੰ ਹਰ ਸਮੇਂ ਦੇਖ ਰਿਹਾ, ਵੀ ਉਹਦੇ ਭੈ ਦੇ ਵਿੱਚ ਰਹਿਣਾ, ਉਹਦਾ ਅਦਬ ਕਰ, ਵੀ ਉਹ ਸਾਨੂੰ ਦੇਖ ਰਿਹਾ। ਜੇ ਹੁਣ ਅਸੀਂ ਇਹ ਭੈ ਦੀਆਂ ਸਲਾਈਆਂ ਆਪਣੇ ਨੇਤਰਾਂ 'ਚ ਪਾ ਲਾਂਗੇ, ਜਿਵੇਂ ਇੱਕ ਤਾਂ ਹੁੰਦਾ ਵੀ ਜਿਵੇਂ ਸੰਸਾਰੀ ਤੌਰ 'ਤੇ ਨੇਤਰਾਂ ਦੇ ਵਿੱਚ ਸੁਰਮਾ ਪਾਇਆ ਜਾਂਦਾ, ਉਹ ਵੀ ਹਾਰ ਸ਼ਿੰਗਾਰ ਹੈ, ਉਹ ਇਹ ਮਾਇਆ ਨੂੰ ਖੁਸ਼ ਕਰਨ ਵਾਸਤੇ। ਹੁਣ ਜਿਹੜੇ ਗੁਰਮੁਖ ਨੇ ਉਹ ਵੀ ਸਲਾਈਆਂ ਪਾਉਂਦੇ, ਪਰ ਉਹ ਜਦੋਂ ਸਲਾਈਆਂ ਪਾਉਂਦੇ ਉਹ ਮਾਲਕ ਦੇ ਭੈ ਦੀਆਂ, ਪਰਮਾਤਮਾ ਦੇ, ਵੀ ਉਹ ਸਾਨੂੰ ਹਰ ਸਮੇਂ ਦੇਖ ਰਿਹਾ ਬਈ ਅਸੀਂ ਕੋਈ ਐਸਾ ਕਰਮ ਨਾ ਕਰੀਏ ਵੀ ਜਿਹੜਾ ਸਾਡੇ ਪਤੀ ਨੂੰ ਚੰਗਾ ਨਾ ਲੱਗੇ। ਉਹਨੂੰ ਫਿਰ ਮਾਰੇ ਕਹਿੰਦੇ ਭੈ ਕੀਆਂ ਦੇਓ ਸਲਾਈਆਂ, ਨੈਣੀ ਭਾਵਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਏ ਜੇ ਸੋ ਧਰੇ ਪਿਆਰੋ। ਵੀ ਇਹਨਾਂ ਨੇਤਰਾਂ ਦੇ ਵਿੱਚ ਹੁਣ ਭੈ ਦੀਆਂ ਸਲਾਈਆਂ ਪਾਉਣ, ਵੀ ਮਾਲਕ ਸਾਨੂੰ ਦੇਖ ਰਿਹਾ ਹੈ। ਹੁਣ ਜੇ ਅਸੀਂ ਇਹ ਭੈ ਰੱਖਾਂਗੇ ਵੀ ਮਾਲਕ ਸਾਨੂੰ ਦੇਖ ਰਿਹਾ, ਫਿਰ ਅਸੀਂ ਮੁੱਖ ਦੇ ਵਿੱਚੋਂ ਕੋਈ ਐਸਾ ਸ਼ਬਦ ਨਹੀਂ ਕੱਢਾਂਗੇ ਵੀ ਜਿਹੜਾ ਫਿੱਕਾ ਹੋਵੇ, ਜਿਹੜਾ ਮਾੜਾ ਹੋਵੇ, ਵੀ ਜਿਹੜਾ ਕਿਸੇ ਦਾ ਮਨ ਦੁਖੀ ਕਰ। ਕਿਉਂਕਿ ਆਪਾਂ ਨੂੰ ਇਹ ਭੇਤ ਆ ਗਿਆ ਵੀ ਮਾਲਕ ਸੁਣ ਰਿਹਾ, ਵੀ ਜਿਉਂ ਹੀ ਅਸੀਂ ਮੁੱਖ ਦੇ ਵਿੱਚੋਂ ਬੋਲੇ
ਸਭ ਤੋਂ ਪਹਿਲਾਂ ਸਾਡੀ ਆਵਾਜ਼ ਪਰਮਾਤਮਾ ਨੇ ਹੀ ਸੁਣਨੀ। ਚਾਹੇ ਅਸੀਂ ਮੁਖ 'ਚੋਂ ਚੰਗਾ ਬੋਲੀਏ, ਚਾਹੇ ਅਸੀਂ ਮੰਦਾ ਬੋਲੀਏ, ਸਭ ਤੋਂ ਪਹਿਲਾਂ ਸਾਡੀ ਆਵਾਜ਼ ਪਰਮਾਤਮਾ ਵਾਹਿਗੁਰੂ ਹੀ ਸੁਣਦਾ। ਤਾਈਆਂ ਫਿਰ ਮਨ ਨੂੰ ਸਮਝਾਉਂਦੇ ਵੀ ਤੂੰ ਇਹ ਨਾ ਸਮਝ ਵੀ ਪਰਮਾਤਮਾ ਕਿਤੇ ਦੂਰ ਹੈ। ਜੋ ਵੀ ਅਸੀਂ ਬੋਲਦੇ ਹਾਂ ਸਭ ਤੋਂ ਪਹਿਲਾਂ ਪਰਮਾਤਮਾ ਹੀ ਸਾਡੀ ਗੱਲ ਨੂੰ ਸੁਣਦਾ ਹੈ। ਹਰ ਸਮੇਂ ਉਹ ਸਾਨੂੰ ਦੇਖ ਰਿਹਾ ਹੈ ਅਤੇ ਹਰ ਸਮੇਂ ਉਹ ਬੋਲ ਰਿਹਾ, ਉਹ ਚੁੱਪ ਹੁੰਦਾ ਹੀ ਨਹੀਂ, ਲਗਾਤਾਰ ਬੋਲੀ ਜਾ ਰਹੀ। ਮਹਾਰਾਜ ਇਸ ਲਈ ਫਿਰ ਸਾਡੇ ਮਨ ਨੂੰ ਸਮਝਾਉਂਦੇ ਹੈ, ਮਨ ਮਤ ਜਾਣ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਬਈ ਮਾਲਕ ਸਾਨੂੰ ਸਦਾ ਹੀ ਦੇਖ ਰਿਹਾ ਅਤੇ ਸਦਾ ਹੀ ਸਾਨੂੰ ਸੁਣ ਰਿਹਾ ਅਤੇ ਉਹ ਸਦਾ ਹੀ ਬੋਲ ਰਿਹਾ, ਉਹ ਚੁੱਪ ਹੁੰਦਾ ਹੀ ਨਹੀਂ, ਉਹ ਲਗਾਤਾਰ ਬੋਲੀ ਜਾ ਰਹੀ। ਤਾਈਓ ਮਹਾਰਾਜ ਕਹਿੰਦੇ ਵੀ ਜੋ ਸਾਡਾ ਠਾਕੁਰ ਹੈ ਉਹ ਸਦਾ ਬੋਲਦਾ ਅਤੇ ਸਾਰੇ ਜੀਵਾਂ ਨੂੰ ਉਹ ਦਾਨ ਜੀਵਨ ਦਾਨ ਦੇ ਰਿਹਾ, ਸਭ ਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ। ਮਹਾਰਾਜ ਇਸ ਲਈ ਫਰਮਾਉਂਦੇ ਠਾਕਰ ਹਮਰਾ ਸਦ ਬੁਲੰਤ, ਵੀ ਉਹ ਸਦਾ ਹੀ ਬੋਲਦਾ। ਹੁਣ ਆਪਾਂ ਨੂੰ ਇਹ ਇਸ ਲਈ ਸਮਝਾਉਂਦੇ ਵੀ ਤਾਂ ਕਿ ਅਸੀਂ ਨੇਤਰਾਂ ਦੇ ਵਿੱਚ ਭੈ ਦੀਆਂ ਸਲਾਈਆਂ ਪਾ ਲਈਏ, ਵੀ ਤਾਂ ਕਿ ਮਾਲਕ ਸਾਨੂੰ ਦੇਖ ਰਿਹਾ ਹੈ। ਹੁਣ ਪਰਮਾਤਮਾ ਦੇ ਜਿਹੜੇ ਗੁਣ ਨੇ, ਮਾਲਕ ਦੇ ਗੁਣ, ਸਾਡੇ ਪਤੀ ਪਰਮੇਸ਼ਰ ਦੇ ਗੁਣ, ਉਹ ਗੁਣ ਸਾਡੇ ਹਿਰਦੇ ਵਿੱਚ, ਸਾਡੇ ਮਨ ਦੇ ਵਿੱਚ ਫੇਰ ਹੀ ਟਿਕ ਸਕਦੇ ਜੇ ਅਸੀਂ ਮਾਲਕ ਦਾ ਭੈ ਰੱਖਾਂਗੇ। ਜੇ ਸਾਨੂੰ ਪਰਮਾਤਮਾ ਦਾ ਭੈ ਹੀ ਨਹੀਂ ਅਤੇ ਉਹਦੇ ਗੁਣ ਸਾਡੇ ਅੰਦਰ ਰੁਕ ਹੀ ਨਹੀਂ ਸਕਦੇ, ਉਹਦੇ ਗੁਣ ਸਾਡੇ ਅੰਦਰ ਠਹਿਰਨਗੇ ਨਹੀਂ। ਮਹਾਰਾਜ ਇਸ ਲਈ ਫਰਮਾਉਂਦੇ ਹਰ ਗੁਣ ਹਿਰਦੇ ਤਿਸ ਕੇ ਟਿਕੇ, ਜਿਸ ਅੰਤਰ ਭਉ ਭਾਵਨੀ ਹੋਈ। ਬਈ ਹਰੀ ਦੇ ਜਿਹੜੇ ਵਾਹਿਗੁਰੂ ਦੇ ਗੁਣ ਨੇ ਉਹਨਾਂ ਦੇ ਅੰਦਰ ਟਿਕਦੇ, ਜਿਨ੍ਹਾਂ ਨੂੰ ਪਰਮਾਤਮਾ ਦਾ ਭੈ ਹੈ, ਜਿਨ੍ਹਾਂ ਨੂੰ ਮਾਲਕ ਦੇ ਨਾਲ ਪ੍ਰੇਮ ਹੈ, ਉਹਨਾਂ ਦੇ ਅੰਦਰ ਮਾਲਕ ਦੇ ਗੁਣ ਟਿਕਣਗੇ। ਜਿਨ੍ਹਾਂ ਨੂੰ ਭੈ ਹੀ ਨਹੀਂ, ਉਹਨਾਂ ਦੇ ਅੰਦਰ ਪਰਮਾਤਮਾ ਦੇ ਗੁਣ ਨਹੀਂ ਟਿਕ ਸਕਦੇ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇੱਕ ਤਾਂ ਹੁੰਦਾ ਸੰਸਾਰ ਦੇ ਭੈ, ਸੰਸਾਰ ਦੇ ਡਰ। ਜਿਹੜੇ ਸੰਸਾਰ ਦੇ ਭੈ, ਸੰਸਾਰ ਦੇ ਡਰ, ਉਹ ਸਾਡੇ ਮਨ ਨੂੰ ਦੁਖੀ ਕਰਦੇ, ਉਹ ਸਾਡੇ ਮਨ 'ਤੇ ਮੈਲ ਲਾਉਂਦੇ ਨੇ। ਜੇ ਅਸੀਂ ਪਰਮਾਤਮਾ ਦਾ ਭੈ ਰੱਖੀਏ, ਮਾਲਕ ਦਾ, ਉਹਦਾ ਭੈ ਸਾਡੇ ਮਨ ਨੂੰ ਨਿਰਮਲ ਕਰ ਦਿੰਦਾ। ਮਾਲਕ ਦਾ ਭੈ ਸਾਡੇ ਮਨ ਨੂੰ ਵਿਰਾਗੀ ਕਰ ਦਿੰਦਾ ਅਤੇ ਸਾਡੇ ਮਨ ਤੋਂ ਸਾਰੀ ਮੈਲ ਲਾ ਦਿੰਦਾ। ਔਰ ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਵੀ ਦੋ ਤਰੀਕਿਆਂ ਦੇ ਨਾਲ ਹੀ ਸਾਡਾ ਮਨ ਹੈ ਜਿਹੜਾ, ਸਾਡੀ ਸੁਰਤੀ ਉਹ ਇਕਾਗਰ ਹੁੰਦੀ। ਜ਼ਿਆਦਾ ਡਰ ਦੇ ਨਾਲ, ਭੈ ਦੇ ਨਾਲ, ਜਾਂ ਪ੍ਰੇਮ ਦੇ ਨਾਲ। ਜੇ ਹੁਣ ਸਾਨੂੰ ਨਾ ਤਾਂ ਮਾਲਕ ਦਾ ਭੈ ਹੈ ਅਤੇ ਨਾ ਹੀ ਸਾਨੂੰ ਪ੍ਰੇਮ ਹੈ, ਫਿਰ ਸਾਡਾ ਮਨ ਨਹੀਂ ਟਿਕ ਸਕਦਾ, ਫਿਰ ਸਾਡਾ ਮਨ ਟਿਕੇਗਾ ਹੀ ਨਹੀਂ। ਫਿਰ ਸਾਡੇ ਅੰਦਰ ਵਿਚਾਰ ਜਿਹੜੇ ਫੁਰਨੇ ਉਹ ਤੁਰ ਹੀ ਆਉਣਗੇ, ਸਾਡੇ ਵਿਚਾਰ ਰੁਕਣਗੇ ਹੀ ਨਹੀਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਦੋ ਤਰੀਕਿਆਂ ਦੇ ਨਾਲ ਹੀ ਸਾਡੀ ਸੁਰਤੀ, ਸਾਡਾ ਮਨ ਇਕਾਗਰ ਹੁੰਦਾ ਹੈ, ਭੈ ਦੇ ਨਾਲ ਅਤੇ ਪ੍ਰੇਮ ਦੇ ਨਾਲ। ਹੁਣ ਇਹ ਦੋਵੇਂ ਹੀ ਆਪਾਂ ਨੂੰ ਗੁਰਬਾਣੀ ਗੁਰੂ 'ਚ ਸਮਝਾਇਆ, ਦੋਵੇਂ ਹੀ ਸਾਨੂੰ ਦਿਖਾਏ ਗਏ ਨੇ ਵੀ ਤਾਂ ਕਿ ਕਿਵੇਂ ਨਾ ਕਿਵੇਂ ਸਾਡੀ ਜਿਹੜੀ ਸੁਰਤੀ, ਸਾਡਾ ਮਨ ਉਹ ਇਕਾਗਰ ਹੋ ਜਾਏ, ਸਾਡੇ ਵਿਚਾਰ ਰੁਕ ਜਾਣ, ਸਾਡਾ ਜਿਹੜਾ ਭਰਮ ਹੈ ਭਰਮ ਖਤਮ ਹੋ ਜਾਏ। ਔਰ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਅਸੀਂ ਆਪਦੇ ਜੀਵਨ ਦਾ ਲਾਹਾ ਖੱਟਣਾ ਹੈ, ਜੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਦੁਬਾਰਾ ਫਿਰ ਨਾ ਵਾਪਸ ਆਈਏ, ਵੀ ਹੁਣ ਅਸੀਂ ਸੰਸਾਰ 'ਚ ਤਾਂ ਦੇਖ ਹੀ ਲਿਆ ਰਹਿ ਕੇ, ਇਹ ਸੰਸਾਰ ਦੇ ਵਿੱਚ ਦੁੱਖ ਹੀ ਦੁੱਖ ਨੇ।
ਸੁੱਖ ਮਾਲਕ ਦੀ ਬੰਦਗੀ ਦੇ ਵਿੱਚ ਹੀ ਹੈ, ਮਾਲਕ ਦੇ ਨਾਮ ਦੇ ਵਿੱਚ ਸੁੱਖ ਹੈ, ਬਾਕੀ ਹੋਰ ਕਿਤੇ ਸੁੱਖ ਨਹੀਂ। ਸੰਸਾਰ ਦਾ ਅਸੀਂ ਜਿੰਨਾ ਮਰਜ਼ੀ ਧਨ ਇਕੱਠਾ ਕਰ ਲਈਏ, ਜਿੰਨਾ ਮਰਜ਼ੀ ਅਸੀਂ ਸੰਸਾਰ ਦੇ ਨਾਟਕ ਚਿਟਕ ਦੇਖ ਲਈਏ, ਜਿੰਨਾ ਮਰਜ਼ੀ ਅਸੀਂ ਕਮਾਈਆਂ ਕਰਕੇ, ਜਿੰਨਾ ਮਰਜ਼ੀ ਅਸੀਂ ਪੂਰੀਆਂ ਦੇ ਮਾਲਕ ਬਣ ਜਾਈਏ, ਇਹਦੇ ਵਿੱਚ ਸਾਡੇ ਮਨ ਨੂੰ ਸੁੱਖ ਨਹੀਂ ਮਿਲਦਾ। ਮਹਾਰਾਜ ਤਾਈਓ ਫਰਮਾਉਂਦੇ, ਸੁੱਖ ਨਾਹੀਂ ਬਹੁਤਾ ਧਨ ਖਾਟੀ, ਸੁੱਖ ਨਾਹੀਂ ਪੇਖੇ ਨਿਰਤ ਨਾਟੀ, ਸੁੱਖ ਨਾਹੀਂ ਬਹੁ ਦੇਸ਼ ਕਮਾਈ, ਸਰਬ ਸੁਖਾਂ ਹਰ ਹਰ ਗੁਣ ਗਾਈ। ਬਈ ਜੇ ਤਾਂ ਅਸੀਂ ਮਾਲਕ ਦੇ ਗੁਣ ਗਾਵਾਂਗੇ ਤਾਂ ਸਾਨੂੰ ਸਾਰੇ ਸੁੱਖ ਮਿਲਣਗੇ ਸਾਡੇ ਮਨ ਨੂੰ। ਜੇ ਹੁਣ ਇਹ ਪਰਮਾਤਮਾ ਦੇ ਗੁਣ ਹੀ ਨਹੀਂ ਗਾਉਂਦਾ, ਇਹ ਸਿਮਰਨੀ ਨਹੀਂ ਕਰਦਾ, ਤੇ ਫਿਰ ਹਰ ਇੱਕ ਚੀਜ਼ ਇਹਦੇ ਲਈ ਦੁੱਖ ਦਾ ਕਾਰਨ ਬਣ ਜਾਂਦੀ। ਜਿੰਨਾ ਮਰਜ਼ੀ ਧਨ ਇਕੱਠਾ ਕਰ ਲੇ, ਦੁੱਖ ਹੀ ਇਕੱਠਾ ਕਰੇਗਾ। ਜਿੰਨੇ ਮਰਜ਼ੀ ਨਾਟਕ ਚਿਟਕ ਦੇਖ ਲੇ, ਦੁੱਖ ਹੀ ਇਕੱਠਾ ਕਰੇਗਾ। ਜਿੰਨਾ ਮਰਜ਼ੀ ਇਹ ਪਿੰਡਾਂ ਦਾ ਸ਼ਹਿਰਾਂ ਦਾ ਮਾਲਕ ਬਣ ਜੇ, ਇਹਨੇ ਦੁੱਖ ਹੀ ਇਕੱਠਾ ਕਰਨਾ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਸੁੱਖ ਲੈਣ ਵਾਸਤੇ ਸਾਨੂੰ ਗੁਰੂ ਦੀ ਮੱਤ ਲੈਣੀ ਪੈਂਦੀ। ਅਸੀਂ ਗੁਰੂ ਦੀ ਮੱਤ ਲੈ ਕੇ ਸੁਖੀ ਹੋ ਸਕਦੇ, ਗੁਰੂ ਪਾਸੋਂ ਗਿਆਨ ਲੈ ਕੇ ਸੁਖੀ ਹੋ ਸਕਦੇ, ਉੱਦਾਂ ਅਸੀਂ ਸੁਖੀ ਨਹੀਂ ਹੋ ਸਕਦੇ। ਹੁਣ ਇਸ ਵਾਸਤੇ ਸਤ ਸੰਗਤ ਸਤਿਗੁਰ ਦਾ ਸਕੂਲ ਹੈ, ਅਤੇ ਜੋ ਸਤਿਗੁਰੂ ਸਾਨੂੰ ਵਿਦਿਆ ਪੜ੍ਹਾਉਂਦੇ, ਜੋ ਸਾਨੂੰ ਗਿਆਨ ਉਪਦੇਸ਼ ਦਿੰਦੇ, ਇਹ ਬ੍ਰਹਮ ਵਿਦਿਆ ਹੈ, ਇਹਨੂੰ ਬ੍ਰਹਮ ਦਾ ਗਿਆਨ ਕਹਿੰਦੇ। ਜੇ ਅਸੀਂ ਇਹ ਬ੍ਰਹਮ ਵਿਦਿਆ ਲਵਾਂਗੇ ਤੇ ਫੇਰ ਹੀ ਸਾਡੇ ਮਨ ਸੀਤਲ ਹੋ ਸਕਣਗੇ, ਫੇਰ ਹੀ ਇਹ ਠੰਡੇ ਹੋ ਸਕਣਗੇ, ਫੇਰ ਹੀ ਅਸੀਂ ਆਪਦੇ ਜੀਵਨ ਦਾ ਲਾਹਾ ਕੱਟ ਸਕਾਂਗੇ। ਜਿਵੇਂ ਆਪਾਂ ਸੰਸਾਰ ਦੇ ਵਿੱਚ ਕਹਿੰਦੇ ਆ ਵੀ ਸੰਸਾਰ ਦੀ ਪੜ੍ਹਾਈ ਕਰਨੀ ਹੁਣ ਬਹੁਤ ਜ਼ਰੂਰੀ ਹੈ। ਜੇ ਸੰਸਾਰ ਦੀ ਪੜ੍ਹਾਈ ਬੱਚੇ ਕਰਨਗੇ ਤੇ ਕੁਛ ਨਾ ਕੁਛ ਬਣ ਜਾਣਗੇ। ਔਰ ਇਸੇ ਤਰ੍ਹਾਂ ਹੀ ਇਹ ਬ੍ਰਹਮ ਵਿਦਿਆ, ਬ੍ਰਹਮ ਦਾ ਗਿਆਨ, ਜੇ ਅਸੀਂ ਇਕੱਲੀ ਸੰਸਾਰ ਦੀ ਪੜ੍ਹਾਈ ਨੂੰ ਲੈ ਕੇ ਚੱਲਾਂਗੇ, ਸੰਸਾਰ ਦੀ ਪੜ੍ਹਾਈ ਜੀਵ ਕਿੰਨੀ ਵੀ ਪੜ੍ਹ ਲਵੇ, ਪਰ ਉਹਦੇ ਅੰਦਰੋਂ ਵੈਰ ਵਿਰੋਧ ਨਹੀਂ ਜਾਂਦਾ, ਉਹਦੇ ਅੰਦਰੋਂ ਹਉਮੈ ਹੰਕਾਰ ਨਹੀਂ ਜਾਏਗਾ, ਉਹਦੇ ਅੰਦਰੋਂ ਈਰਖਾ ਨਫ਼ਰਤ ਨਹੀਂ ਜਾਏਗੀ। ਇਸ ਵਾਸਤੇ ਆਪਾਂ ਸੰਸਾਰ 'ਚ ਦੇਖਦੇ ਹਾਂ ਵੀ ਜੀਵ ਕਿੰਨਾ ਵੀ ਪੜ੍ਹ ਲਿਖ ਕੇ ਫਿਰ ਵੀ ਉਹ ਜਿਹੜੇ ਉਹਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਉਹਦੇ ਅੰਦਰ ਵੈਰ ਵਿਰੋਧ ਸਗੋਂ ਤੇ ਉਹਦੇ ਅੰਦਰ ਹੋਰ ਹਉਮੈ ਹੰਕਾਰ ਆ ਜਾਂਦਾ। ਔਰ ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਵੀ ਜਿਵੇਂ ਸੰਸਾਰ ਦੀ ਵਿਦਿਆ ਉਵੇਂ ਇਹ ਵੀ ਵਿਦਿਆ, ਬ੍ਰਹਮ ਵਿਦਿਆ। ਜੇ ਅਸੀਂ ਇਹ ਬ੍ਰਹਮ ਦਾ ਗਿਆਨ ਆਪ ਲਿਆ ਹੋਏਗਾ, ਜੇ ਅਸੀਂ ਬੱਚਿਆਂ ਨੂੰ ਦੇਵਾਂਗੇ ਅੱਗੇ, ਤੇ ਫਿਰ ਉਹਨਾਂ ਦਾ ਆਉਣ ਵਾਲਾ ਜਿਹੜਾ ਭਵਿੱਖ ਹੈ, ਫਿਰ ਉਹ ਸੁਖੀ ਹੋਣਗੇ, ਫਿਰ ਉਹਨਾਂ ਦੇ ਮਨਾਂ ਨੂੰ ਸ਼ਾਂਤੀ ਹੋਏਗੀ, ਫਿਰ ਉਹ ਆਤਮਿਕ ਤੌਰ 'ਤੇ ਤਰੱਕੀ ਕਰਨਗੇ। ਜੇ ਅਸੀਂ ਹੁਣ ਇਹ ਬ੍ਰਹਮ ਵਿਦਿਆ ਨੂੰ ਛੱਡ ਦਿੱਤਾ, ਨਾ ਅਸੀਂ ਗੁਰੂ ਦੀ ਮੱਤ ਲਈ, ਫਿਰ ਆਉਣ ਵਾਲਾ ਜਿਹੜਾ ਸਮਾਂ ਉਹ ਬਹੁਤ ਭਿਆਨਕ ਹੋਏਗਾ। ਅਤੇ ਉਹ ਤਾਂ ਆਪਾਂ ਹੁਣ ਵੀ ਦੇਖਦੇ ਹੀ ਹਾਂ। ਗਾਂ ਦੀ ਗਾਂ ਇਹ ਹੋਰ ਸਮਾਂ ਫਿਰ ਜਿਹੜਾ ਇਹ ਭਿਆਨਕ ਆਉਂਦਾ ਜਾਣਾ, ਅਤੇ ਹੋਰ ਗਾਂ ਦੀ ਗਾਂ ਜੀਵ ਨਾਸਤਕ ਹੋਈ ਜਾਣਗੇ, ਹੋਰ ਮਨਮੁਖ ਹੋਈ ਜਾਣਗੇ। ਉਹਨਾਂ ਦੇ ਅੰਦਰ ਸਹਿਣਸ਼ੀਲਤਾ, ਸਬਰ, ਸੰਤੋਖ ਰਹੇਗਾ ਹੀ ਨਹੀਂ। ਛੋਟੀ ਛੋਟੀ ਗੱਲ 'ਤੇ ਇੰਨਾ ਕ੍ਰੋਧੀ ਹੋ ਜਾਣਗੇ, ਇੰਨੇ ਗੁੱਸੇ ਨਾਲ ਭਰ ਜਾਣਗੇ ਵੀ ਉਹਨਾਂ ਦੇ ਅੰਦਰ ਜਿਹੜਾ ਆਤਮ ਬਲ ਹੈ ਉਹ ਬਿਲਕੁਲ ਖਤਮ ਹੋ ਜਾਏਗਾ। ਔਰ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਨੇ ਨਾਲ ਨਾਲ ਇਹ ਬ੍ਰਹਮ ਦਾ ਗਿਆਨ, ਬ੍ਰਹਮ ਵਿਦਿਆ, ਉਹਦੇ ਵਾਸਤੇ ਫਿਰ ਇਹ ਸਤ ਸੰਗਤ ਸਕੂਲ ਬਣਾ ਦਿੱਤਾ। ਮਹਾਰਾਜ ਇਸ ਲਈ ਫਰਮਾਉਂਦੇ, ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾਂ। ਬਈ ਇਹ ਸਤ ਸੰਗਤ ਸਤਿਗੁਰ ਦਾ ਸਕੂਲ ਹੈ, ਜਿੱਥੇ ਆ ਕੇ ਅਸੀਂ ਇਹ ਸਿੱਖਿਆ ਲੈਣੀ।
ਹੁਣ ਸੰਸਾਰੀ ਸਿੱਖਿਆ ਵਾਸਤੇ ਆਪਾਂ ਬੱਚਿਆਂ ਨੂੰ ਦੂਰ ਦੂਰ ਤੱਕ ਭੇਜਦੇ, ਤੇ ਮਾਤਾ ਪਿਤਾ ਖਰਚਾ ਵੀ ਇੰਨਾ ਕਰਦੇ, ਆਪਦੇ ਜੀਵਨ ਦੀ ਸਾਰੀ ਪੂੰਜੀ ਲਾ ਦਿੰਦੇ ਕਈ ਵੀ ਚਲੋ ਸਾਡੇ ਬੱਚੇ ਨੇ ਜਿਹੜੇ ਉਹ ਪੜ੍ਹ ਲਿਖ ਜਾਣ। ਹੁਣ ਆਪਾਂ ਨੂੰ ਸਤਿਗੁਰੂ ਕਹਿੰਦੇ ਵੀ ਇਸੇ ਤਰ੍ਹਾਂ ਹੀ ਇਹ ਸਤਸੰਗਤ ਸਤਿਗੁਰ ਦਾ ਸਕੂਲ ਹੈ, ਤੇ ਇੱਥੇ ਸਾਡਾ ਕੋਈ ਪੈਸਾ ਵੀ ਨਹੀਂ ਲੱਗਣਾ। ਸੰਸਾਰੀ ਦਾ ਆਪਾਂ ਕਿੰਨਾ ਧਨ ਖਰਚ ਕਰਦੇ ਹਾਂ, ਤੇ ਫਿਰ ਉੱਥੇ ਜਾ ਕੇ ਸਾਨੂੰ ਉਹ ਵਿਦਿਆ ਆਉਂਦੀ ਸੰਸਾਰ ਦੀ। ਹੁਣ ਇਹ ਜੋ ਬ੍ਰਹਮ ਵਿਦਿਆ ਹੈ, ਇੱਥੇ ਤਾਂ ਆਪਾਂ ਕੁਛ ਦੇਣਾ ਵੀ ਨਹੀਂ, ਤੇ ਨਾ ਹੀ ਇਹਦਾ ਕੁਛ ਦਿੱਤਾ ਜਾ ਸਕਦਾ, ਕਿਉਂਕਿ ਇਹ ਵਿਦਿਆ ਹੀ ਅਮੁੱਲ ਹੈ, ਜਿਹਦਾ ਕੋਈ ਮੁੱਲ ਹੀ ਨਹੀਂ ਹੈ। ਵੇਚੀ ਤਾਂ ਉਹ ਚੀਜ਼ ਜਾਂਦੀ ਹੈ ਵੀ ਜਿਹਦਾ ਮੁੱਲ ਹੁੰਦਾ, ਜਿਵੇਂ ਸੰਸਾਰੀ ਸਕੂਲ ਹੈ ਉਹਨਾਂ ਦਾ ਮੁੱਲ ਹੈ, ਉਹ ਕੋਈ ਅਮੁੱਲ ਵਿਦਿਆ ਨਹੀਂ ਹੈ। ਅਸੀਂ ਆਖੀਏ ਵੀ ਜਿਹਦਾ ਕੋਈ ਮੁੱਲ ਨਹੀਂ, ਉਹਦਾ ਮੁੱਲ ਦਿੱਤਾ ਜਾ ਸਕਦਾ, ਤੇ ਦਿੰਨੇ ਵੀ ਹਾਂ ਆਪਾਂ। ਹੁਣ ਇਹ ਜਿਹੜੀ ਵਿਦਿਆ ਹੈ ਅਮੁੱਲ ਵਿਦਿਆ, ਜਿਹਦਾ ਕੋਈ ਮੁੱਲ ਦਿੱਤਾ ਹੀ ਨਹੀਂ ਜਾ ਸਕਦਾ, ਜਿਹਦੀ ਕੋਈ ਕੀਮਤ ਦਿੱਤੀ ਨਹੀਂ ਜਾ ਸਕਦੀ। ਪਰ ਸਾਨੂੰ ਨਾ ਭੇਤ ਹੋਣ ਕਰਕੇ, ਸਾਨੂੰ ਨਾ ਖੁਦ ਨੂੰ ਗਿਆਨ ਹੋਣ ਕਰਕੇ, ਅਸੀਂ ਇਹ ਵਿਦਿਆ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੰਦੇ। ਬਈ ਅਸੀਂ ਸਮਝਦੇ ਹਾਂ ਵੀ ਇਹ ਤਾਂ ਜੀ ਸ਼ਾਇਦ ਜਿਹੜੇ ਵਿਹਲੇ ਬੰਦੇ ਨੇ ਉਹਨਾਂ ਦਾ ਕੰਮ ਹੈ ਜੀ, ਵੀ ਇਹ ਸਿਮਰਨ ਕਰਨਾ ਜਾਂ ਸੰਗਤ ਕਰਨੀ। ਸਾਡੇ ਕੋਲ ਸਮਾਂ ਕਿੱਥੋਂ ਆ, ਸਾਡੇ ਕੋਲ ਤਾਂ ਟਾਈਮ ਹੀ ਨਹੀਂ। ਹੁਣ ਮਹਾਰਾਜ ਇਸ ਅਵਸਥਾ 'ਚ ਫਿਰ ਸਮਝਾਉਂਦੇ ਬਈ ਹੁਣ ਤਾਂ ਤੁਸੀਂ ਕਹਿੰਦੇ ਹੋ ਸਾਡੇ ਕੋਲ ਸਮਾਂ ਨਹੀਂ, ਤੇ ਅੰਤ ਸਮੇਂ ਤੁਸੀਂ ਪਛਤਾਓਗੇ ਬਹੁਤ। ਬਈ ਇਹ ਜਿਹੜਾ ਵੇਲਾ ਫਿਰ ਮੁੜ ਕੇ ਹੱਥ ਨਹੀਂ ਆਉਂਦਾ, ਇਹ ਸਮਾਂ ਵਾਰ-ਵਾਰ ਫਿਰ ਮਿਲਦਾ ਨਹੀਂ ਹੈ ਸਾਨੂੰ। ਇਉਂ ਮਹਾਰਾਜ ਕਹਿੰਦੇ ਰਾਮ ਸਿਮਰ ਪਛਤਾਏਗਾ ਮਨ, ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ। ਬਈ ਹੁਣ ਤਾਂ ਤੂੰ ਲੋਭ ਕਰਦਾ, ਇੱਥੇ ਤੂੰ ਸਦਾ ਥੋੜ੍ਹੀ ਬੈਠਾ ਰਹਿਣਾ, ਤੂੰ ਅੱਜ ਨਹੀਂ ਤੇ ਕੱਲ੍ਹ ਤੂੰ ਜਾਣਾ ਤਾਂ ਹੈਗਾ ਹੀ ਇਸ। ਤੇ ਹੁਣ ਤੂੰ ਰਾਮ ਨੂੰ ਸਿਮਰਦਾ ਨਹੀਂ, ਵਾਹਿਗੁਰੂ ਨੂੰ, ਤੇ ਫਿਰ ਤੈਨੂੰ ਪਛਤਾਉਣਾ ਪੈਣਾ, ਫਿਰ ਤੂੰ ਪਛਤਾਏਂਗਾ ਵੇਲੇ ਨੂੰ। ਜਿਨ੍ਹਾਂ ਦੀ ਖਾਤਰ ਤੂੰ ਕਰਨ ਲੱਗਿਆ ਹੋਇਆ, ਇਹਨਾਂ ਦੇ ਵਿੱਚੋਂ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਮਾਤਾ ਪਿਤਾ, ਭੈਣ ਭਰਾ, ਧੀਆਂ ਪੁੱਤਰ, ਸੰਗੀ ਸਾਥੀ, ਦੋਸਤ ਮਿੱਤਰ, ਇਹ ਸਭ ਇੱਥੇ ਦੇ ਇੱਥੇ ਹੀ ਰਹਿ ਜਾਂਦੇ। ਕੋਈ ਅੱਗੇ ਸਾਡੀ ਬਾਂਹ ਨਹੀਂ ਫੜਦਾ, ਕੋਈ ਸਾਡਾ ਸੰਗੀ ਸਾਥੀ ਨਹੀਂ ਬਣਦਾ। ਜਿੱਥੇ ਅਸੀਂ ਜਾਣਾ ਅੱਗੇ, ਉੱਥੇ ਸਰੀਰ ਵੀ ਨਹੀਂ ਆਪਣਾ ਨਾਲ ਜਾਂਦਾ, ਇਹ ਸਰੀਰ ਵੀ ਇੱਥੇ ਹੀ ਰਹਿ ਜਾਂਦਾ। ਅੱਗੇ ਸਾਡੇ ਮਨ ਨੇ ਜਾਣਾ, ਤੇ ਮਨ ਦੇ ਨਾਲ ਨਾਮ ਨੇ ਜਾਣਾ, ਮਨ ਦੀ ਕੀਤੀ ਹੋਈ ਕਮਾਈ ਨੇ ਜਾਣਾ ਨਾਲ। ਇਹ ਜਿਹੜੀਆਂ ਸੰਸਾਰ ਦੀਆਂ ਕੀਤੀਆਂ ਹੋਈਆਂ ਕਮਾਈਆਂ, ਸੰਸਾਰ ਦੇ ਅਹੁਦੇ, ਸੰਸਾਰ ਦੀਆਂ ਪੜ੍ਹਾਈਆਂ, ਇਹ ਤਾਂ ਸਭ ਇੱਥੇ ਦੀਆਂ ਇੱਥੇ ਹੀ ਰਹਿ ਜਾਂਦੀਆਂ। ਇਹ ਚੀਜ਼ਾਂ ਸਾਡੇ ਅੱਗੇ ਨਾਲ ਨਹੀਂ ਜਾਂਦੀਆਂ। ਤਾਂਹੀਓ ਮਹਾਰਾਜ ਸਾਨੂੰ ਸੱਚੇ ਪਾਤਸ਼ਾਹ ਸਮਝਾਉਂਦੇ, ਦੇਹੀ ਜਾਤ ਨਾ ਅੱਗੇ ਜਾਏ, ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੇ ਸੱਚ ਕਮਾਏ। ਵੀ ਉੱਥੇ ਨਾ ਤਾਂ ਦੇਹ ਜਾਣੀ, ਨਾ ਉੱਥੇ ਜਾਤ ਪੁੱਛੀ ਜਾਣੀ, ਨਾ ਉੱਥੇ ਆ ਸੰਸਾਰ ਦਾ ਸਾਤੋਂ ਪੁੱਛਿਆ ਜਾਣਾ ਵੀ ਸੰਸਾਰ 'ਚ ਤੁਹਾਡਾ ਕਿੰਨੀ ਕੁ ਅਹਿਮੀਅਤ ਸੀ, ਕਿੱਡਾ ਕੁ ਵੱਡਾ ਤੁਹਾਡਾ ਅਹੁਦਾ ਸੀ। ਉਸੇ ਤਾਂ ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ, ਸੱਚ ਕਹਿੰਦੇ ਪਰਮਾਤਮਾ ਨੂੰ, ਵਾਹਿਗੁਰੂ ਨੂੰ ਸੱਚ ਕਹਿੰਦੇ। ਜਿਨ੍ਹਾਂ ਨੇ ਸੱਚ ਦੀ ਅਰਾਧਨਾ ਕੀਤੀ, ਉਹ ਉੱਥੇ ਛੁੱਟਦੇ, ਉਹਨਾਂ ਦੀ ਉੱਥੇ ਇੱਜ਼ਤ, ਉਹਨਾਂ ਦਾ ਸਤਿਕਾਰ। ਸੋ ਜਿਨ੍ਹਾਂ ਨੇ ਹੁਣ ਇਹ ਕਮਾਈ ਹੀ ਨਹੀਂ ਕੀਤੀ, ਜਿਹੜੇ ਲੋਭ 'ਚ ਹੀ ਪਏ ਰਹੇ, ਜਿਨ੍ਹਾਂ ਨੇ ਨਾ ਤਾਂ ਸੰਗਤ ਕੀਤੀ, ਨਾ ਕਦੇ ਸਿਮਰਨ ਕੀਤਾ, ਨਾ ਗੁਰੂ ਦੀ ਮੱਤ ਲਈ, ਜਿਨ੍ਹਾਂ ਨੇ ਬ੍ਰਹਮ ਦਾ ਗਿਆਨ ਲਿਆ ਹੀ ਨਹੀਂ, ਫਿਰ ਉਹਨਾਂ ਨੂੰ ਤਾਂ ਬੇਪੱਤ ਬੇਇੱਜ਼ਤ ਕਰਕੇ ਲੈ ਕੇ ਜਾਂਦੇ। ਬਈ ਇਸ ਸੰਸਾਰ ਦੇ ਵਿੱਚ ਚਾਹੇ ਉਹਨਾਂ 'ਤੇ ਕਿੰਨੇ ਵੀ ਰੰਗ ਚੜ੍ਹੇ ਨੇ, ਜਿਵੇਂ ਕਿਸੇ ਦੇ ਰਾਜ ਦਾ ਰੰਗ ਚੜ੍ਹਿਆ ਵੀ ਮੈਂ ਤਾਂ ਰਾਜਾ ਜੀ, ਮੇਰਾ ਤਾਂ ਹੁਕਮ ਚੱਲਦਾ। ਇਸੇ ਦੇ ਰੰਗ ਚੜ੍ਹਿਆ ਮਾਲ ਦਾ ਵੀ, ਮੇਰੇ ਕੋਲ ਤਾਂ ਮਾਲ ਧਨ ਹੀ ਬਹੁਤ। ਇਹ ਜਿਹੜੇ ਰੰਗ, ਇਹ ਸਭ ਰੰਗ ਉਤਰ ਜਾਂਦੇ, ਕਿਉਂਕਿ ਇੱਥੇ ਦੇ ਇੱਥੇ ਹੀ ਰਹਿ ਜਾਂਦੇ।
ਜਦੋਂ ਅੱਗੇ ਮਨ ਨੂੰ ਲੈ ਕੇ ਜਾਣਾ ਤਾਂ ਫਿਰ ਜੰਮ ਨੰਗਾ ਕਰ ਲੈਂਦੇ, ਫਿਰ ਨੰਗੇ ਨੂੰ ਬੇਇੱਜ਼ਤ ਕਰਕੇ ਕੁੱਟਦੇ ਲੈ ਕੇ ਜਾਂਦੇ। ਮਹਾਰਾਜ ਇਸ ਲਈ ਫਰਮਾਉਂਦੇ, ਕਹਿੰਦੇ ਰਾਜ ਰੰਗ ਮਾਲ ਰੰਗ, ਰੰਗ ਰਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ ਬਹਿਣ ਨਾਮੇ, ਪੱਤ ਗਿਆ ਗਵਾਏ। ਵੀ ਨਾਮ ਤੋਂ ਬਿਨਾਂ ਤਾਂ ਇਹਦੀ ਪੱਤ ਰਹਿੰਦੀ ਨਹੀਂ, ਇੱਜ਼ਤ ਰਹਿੰਦੀ ਕੋਈ ਨਹੀਂ, ਬੇਇੱਜ਼ਤ ਕਰ ਦਿੰਦੇ। ਫਿਰ ਉਦੋਂ ਕਹਿੰਦੇ ਵੀ ਜਦੋਂ ਹੁਣ ਚੱਲਿਆ, ਕਹਿੰਦੇ ਨੰਗਾ ਚੱਲੀ, ਅਤੇ ਜਦੋਂ ਨੰਗਾ ਕਰ ਲੈਂਦੇ ਫਿਰ ਇਹਦਾ ਜਿਹੜਾ ਰੂਪ ਉਦੋਂ ਦੇਖਣ ਵਾਲਾ ਹੁੰਦਾ ਬਹੁਤ ਭਿਆਨਕ ਹੋ ਜਾਂਦਾ। ਫਿਰ ਉਦੋਂ ਹੀ ਪਛਤਾਉਂਦਾ। ਮਹਾਰਾਜ ਕਹਿੰਦੇ ਨੰਗਾ ਦੋਜਕ ਚਾਲਿਆ, ਦਿਸੇ ਖੜਾ ਡਰਾਵਣਾ, ਘਰ ਔਗਣ ਪੁੱਛ ਉਤਾਵਣਾ। ਵੀ ਉਦੋਂ ਫਿਰ ਨੰਗਾ ਚੱਲਦਾ ਅਤੇ ਫਿਰ ਉਦੋਂ ਡਰਾਉਣਾ ਦਿਖਦਾ, ਅਤੇ ਉੱਧਰੋਂ ਜਾਮਨੇ ਜਿਹੜੇ ਉਹ ਕੁੱਟਦੇ। ਫਿਰ ਉੱਥੇ ਇਹਦੀ ਕੋਈ ਕੂਕ ਪੁਕਾਰ ਨਹੀਂ ਸੁਣਨ ਵਾਲਾ ਹੁੰਦਾ। ਉੱਥੇ ਆ ਨਹੀਂ ਜਾਂਦੇ, ਉੱਥੇ ਨਾਲ ਜਿਨ੍ਹਾਂ ਦੀ ਖਾਤਰ ਇਹ ਜੁੜਿਆ ਹੋਇਆ ਨਾ, ਹੁਣ ਜਿਨ੍ਹਾਂ ਨੂੰ ਕਹਿੰਦਾ ਮੇਰੇ ਨੇ, ਉਹ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਲੈ ਗਏ, ਹੁਣ ਕਿੱਥੇ ਚਲਾ ਗਿਆ ਗਾਹਾਂ। ਵੀ ਇਹ ਜਿਹੜਾ ਸਰੀਰ ਸੀ ਕੱਪੜਾ, ਇਹਦਾ ਕੱਪੜਾ ਇੱਥੇ ਹੀ ਰਹਿ ਗਿਆ, ਇਹ ਤਾਂ ਲਾਹ ਦਿੱਤਾ। ਹੁਣ ਅੱਗੇ ਜੰਮ ਕਿੱਥੇ ਲੈ ਗਏ, ਕਿੱਥੇ ਚਲਾ ਗਿਆ ਗਾਹਾਂ, ਉਹਦੀ ਕੀ ਹਾਲਤ ਹੁੰਦੀ, ਉਹ ਹੁਣ ਇਹਨਾਂ ਨੂੰ ਪਤਾ ਨਹੀਂ ਲੱਗਦਾ, ਕਿਉਂਕਿ ਸਾਰੇ ਸੁੱਤੇ ਪਏ ਨੇ। ਜੇ ਤਾਂ ਕੋਈ ਮਨ ਜਾਗਦਾ ਹੋਵੇ, ਉਹਨੂੰ ਪਤਾ ਲੱਗੇ ਵੀ ਗਾਂ ਹੁੰਦਾ ਕੀ ਆ, ਉਹਦੀ ਦਿਵ ਦ੍ਰਿਸ਼ਟੀ ਹੋਵੇ। ਹੁਣ ਜਿਹੜਾ ਸੁੱਤਾ ਪਿਆ, ਸੁੱਤੇ ਨੂੰ ਅੱਗੇ ਪਤਾ ਨਹੀਂ ਲੱਗਦਾ ਵੀ ਕਿੱਥੇ ਲੈ ਗਏ, ਗਾਂ ਕੀ ਹਾਲਤ ਹੁੰਦੀ। ਫਿਰ ਉਦੋਂ ਮਨ ਜਿਹੜਾ ਉਦੋਂ ਪਛਤਾਉਂਦਾ, ਉਦੋਂ ਕਹਿੰਦਾ ਵੀ ਜਿਨ੍ਹਾਂ ਦੀ ਖਾਤਰ ਮੈਂ ਸਾਰੀ ਉਮਰ ਕਰਦਾ ਰਿਹਾ ਕਟੰਬ, ਇਹ ਕਟੰਬ ਨੂੰ ਪਾਲਦਾ ਰਿਹਾ ਅਤੇ ਪਰਮਾਤਮਾ ਦਾ ਸਿਮਰਨ ਕੀਤਾ ਨਾ, ਫਿਰ ਇਹ ਪਛਤਾਉਂਦਾ। ਅਤੇ ਫਿਰ ਪਛਤਾਵੇ 'ਚ ਕਹਿੰਦਾ, ਕਬੀਰ ਹਰਿ ਕਾ ਸਿਮਰਨ ਛੱਡ ਕੇ ਪਾਲਿਓ ਬਹੁਤ ਕਟੰਬ, ਧੰਦਾ ਕਰਦਾ ਰਹਿ ਗਿਆ ਭਾਈ ਰਿਹਾ ਨਾ ਬੰਦ। ਵੀ ਸਾਰੀ ਉਮਰ ਧੰਦਾ ਹੀ ਕਰਦਾ ਰਿਹਾ, ਜਿਹੜਾ ਧੰਦ ਪਿੱਟਦਾ ਰਿਹਾ ਉਹ ਸਾਰਾ ਪਿੱਟਿਆ ਹੋਇਆ ਵਿਅਰਥ ਹੀ ਚਲਾ ਗਿਆ। ਜਿਨ੍ਹਾਂ ਨੂੰ ਆਪਦੇ ਸਮਝਦਾ ਸੀ ਉਹ ਅੱਗੇ ਕੋਈ ਬਾਤ ਨਹੀਂ ਪੁੱਛਦੀ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਗਿਆ ਕਿੱਥੇ। ਇਸ ਵਾਸਤੇ ਮਹਾਰਾਜ ਸਮਝਾਉਂਦੇ ਵੀ ਜਿੱਥੇ ਅਸੀਂ ਜਾਣਾ ਉੱਥੇ ਆ ਮਾਤਾ ਪਿਤਾ ਜਾਂ ਭੈਣ ਭਰਾ, ਉੱਥੇ ਸਾਡਾ ਕੋਈ ਸੰਗੀ ਨਹੀਂ ਬਣਦਾ ਇਹਨਾਂ 'ਚ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਵੀ ਉੱਥੇ ਮਾਤਾ ਪਿਤਾ ਭੈਣ ਭਰਾ ਧੀਆਂ ਪੁੱਤਰ ਕੋਈ ਨਹੀਂ ਉੱਥੇ ਸਾਥੀ। ਉੱਥੇ ਜਿਹਨੇ ਸਾਡਾ ਸਾਥੀ ਬਣਨਾ ਸੰਗੀ, ਉਹ ਸਾਡਾ ਅਸਲੀ ਮਾਂ ਪਿਓ ਪਰਮਾਤਮਾ ਨਿਰੰਕਾਰ ਵਾਹਿਗੁਰੂ। ਅਤੇ ਮਨਮੁਖ ਸਾਰੀ ਉਮਰ ਵਾਹਿਗੁਰੂ ਤੋਂ ਬੇਮੁਖ ਹੋਇਆ ਰਿਹਾ। ਜਦੋਂ ਸਮਾਂ ਸੀ, ਜਦੋਂ ਮੌਕਾ, ਜਦੋਂ ਵਾਰੀ ਸੀ, ਉਦੋਂ ਤਾਂ ਵਾਹਿਗੁਰੂ ਦਾ ਸਿਮਰਨ ਕੀਤਾ ਹੀ ਨਾ। ਉਦੋਂ ਤਾਂ ਇਹ ਸੋਚੇ ਹੀ ਨਾ ਵੀ ਮੈਂ ਵਾਹਿਗੁਰੂ ਨੂੰ ਮਿਲਾਂ ਤਾਂ ਸਹੀ, ਵੀ ਜਿਹਨੇ ਮੈਨੂੰ ਪੈਦਾ ਕੀਤਾ, ਵੀ ਜਿਹੜਾ ਮੇਰਾ ਸਿਰਜਣਹਾਰ ਹੈ, ਮੇਰਾ ਮਾਤਾ ਪਿਤਾ, ਉਹ ਕਿਹੋ ਜਿਹਾ ਦਿਸਦਾ ਹੈ, ਉਹ ਕਿੱਦਾਂ ਦਾ, ਵੀ ਮੈਂ ਉਹਨੂੰ ਦੇਖਾਂ ਤਾਂ ਸਹੀ, ਵੀ ਮੈਂ ਉਹਦੇ ਦਰਸ਼ਨ ਤਾਂ ਕਰਾਂ, ਵੀ ਉਹਨੂੰ ਮਿਲਾਂ ਤਾਂ ਸਹੀ, ਵੀ ਉਹ ਹੈ ਕਿਹੋ ਜਿਹਾ ਸਾਡਾ ਜਨਮਦਾਤਾ, ਜਿਹਨੇ ਸਾਨੂੰ ਜਨਮ ਦਿੱਤਾ। ਹੁਣ ਸਾਰੀ ਉਮਰ ਉਦੋਂ ਤਾਂ ਬੇਮੁਖ ਰਿਹਾ, ਉਹਦੇ ਬਾਰੇ ਤਾਂ ਕਦੇ ਸੋਚਿਆ ਹੀ ਨਹੀਂ, ਉਹ ਤਾਂ ਕਦੇ ਪੁੱਛਿਆ ਹੀ ਨਹੀਂ। ਜਿਹੜੇ ਗੁਰਮੁਖ ਕਹਿੰਦੇ ਵੀ ਮਾਲਕ ਨੂੰ ਮਿਲੋ, ਅਤੇ ਉਹਨਾਂ ਨੂੰ ਕਦੇ ਪੁੱਛਿਆ ਹੀ ਨਹੀਂ ਵੀ ਕਿਵੇਂ ਮਿਲ ਸਕਦੀ। ਇਹ ਸਾਰੀ ਉਮਰ ਆਕੀ ਰਿਹਾ, ਅਤੇ ਜਦੋਂ ਸਮਾਂ ਖਤਮ ਹੋਇਆ ਅਤੇ ਜਿਨ੍ਹਾਂ ਦੀ ਖਾਤਰ ਜੁੜਿਆ ਰਿਹਾ, ਜਿਨ੍ਹਾਂ ਨੂੰ ਆਪਦੇ ਸਮਝਦਾ ਰਿਹਾ, ਉਹ ਇੱਕ ਛਿਣ ਦੇ ਵਿੱਚ ਹੀ ਪਾਸੇ ਹਟ ਜਾਂਦੇ ਸਾਰੇ। ਇਸ ਲਈ ਮਹਾਰਾਜ ਕਹਿੰਦੇ ਵੀ ਇਹ ਜੱਗ ਦੇ ਵਿੱਚ ਅਸੀਂ ਕੋਈ ਐਸਾ ਮਿੱਤਰ ਨਹੀਂ ਦੇਖਿਆ ਜਿਹੜਾ ਅੱਗੇ ਸਾਡਾ ਸਾਥ ਦੇਵੇ। ਮਹਾਰਾਜ ਕਹਿੰਦੇ ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੇ ਸੰਗ ਨਾ ਹੋਈ। ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ, ਜਬ ਹੀ ਨਿਰਧਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੀ। ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਵੀ ਅਸੀਂ ਕੋਈ ਐਸਾ ਮਿੱਤਰ ਨਹੀਂ ਦੇਖਿਆ
ਵੀ ਜਿਹੜਾ ਅੱਗੇ ਸਾਥ ਦੇਵੇ ਔਖੀ ਘੜੀ ਦੇ ਵਿੱਚ। ਹੁਣ ਔਖੀ ਘੜੀ ਇੱਕ ਤਾਂ ਜੀਵਾ ਸੰਸਾਰ ਦੀ ਕਹਿੰਦੇ ਵੀ ਜੇ ਕੋਈ ਸਾਡੇ 'ਤੇ ਮੁਸੀਬਤ ਮਾੜੀ ਮੋਟੀ ਆ ਗਈ ਵੀ ਔਖੀ ਘੜੀ ਆ ਗਈ, ਇਹ ਕੋਈ ਔਖੀ ਘੜੀ ਨਹੀਂ। ਔਖੀ ਘੜੀ ਸਾਡੇ 'ਤੇ ਉਦੋਂ ਆਉਂਦੀ ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੁੰਦਾ। ਜਿੱਦੇ ਸਾਡੇ ਪ੍ਰਾਣ ਖਤਮ ਹੋ ਗਏ ਨਾ, ਫਿਰ ਕਹਿੰਦੇ ਔਖੀ ਘੜੀ ਆ ਗਈ। ਜਦ ਤੱਕ ਸਵਾਸ ਹੈ ਕਿ ਹਜੇ ਤਾਂ ਕੋਈ ਔਖੀ ਘੜੀ ਨਹੀਂ ਹੈ, ਹਜੇ ਤਾਂ ਅਸੀਂ ਇੱਧਰ ਸੰਸਾਰ ਦੇ ਵਿੱਚ ਸਮਾਂ ਹੈਗਾ, ਚੱਲ ਰਹੇ ਹਾਂ। ਔਖੀ ਘੜੀ ਤਾਂ ਉਦੋਂ ਆਉਂਦੀ ਜਦੋਂ ਸਮਾਂ ਖਤਮ ਹੋ ਜਾਂਦਾ। ਔਖੀ ਘੜੀ ਤਾਂ ਉਦੋਂ ਬਣਨੀ ਜਦੋਂ ਜਮਾਂ ਨੇ ਨੰਗੇ ਕਰ ਲਏ, ਜਦੋਂ ਕੁੱਟਣਾ ਸ਼ੁਰੂ ਕਰ ਦਿੱਤਾ, ਉਦੋਂ ਪਤਾ ਲੱਗਦਾ ਵੀ ਹੁਣ ਪਈ ਮੁਸੀਬਤ। ਹੁਣ ਕਾਹਦੀ ਔਖੀ ਘੜੀ? ਹੁਣ ਆਪਾਂ ਨੂੰ ਕੋਈ ਕੁੱਟਦਾ ਥੋੜ੍ਹੀ ਹੈ, ਹੁਣ ਕੋਈ ਆਪਾਂ ਨੂੰ ਨੰਗਿਆਂ ਥੋੜ੍ਹੀ ਕਰਦਾ। ਔਖੀ ਘੜੀ ਦਾ ਗੁਰੂ ਸਾਹਿਬ ਕਹਿੰਦੇ ਉਦੋਂ ਆਉਂਦੀ ਵੀ ਜਦੋਂ ਸਮਾਂ ਖਤਮ ਹੁੰਦਾ, ਵੀ ਜਦੋਂ ਜਮਾਂ ਨੇ ਕੁੱਟਣਾ ਸ਼ੁਰੂ ਕਰ ਦੇਣਾ, ਫਿਰ ਪਤਾ ਲੱਗਣਾ ਵੀ ਹੁਣ ਪਈ ਮੁਸੀਬਤ। ਅਤੇ ਉਸ ਮੁਸੀਬਤ ਦੇ ਵਿੱਚ ਕੋਈ ਸੰਗੀ ਸਾਥੀ ਨਹੀਂ ਬਣਦਾ। ਅਤੇ ਇਸ ਅਵਸਥਾ 'ਚ ਫਿਰ ਮਹਾਰਾਜ ਕਹਿੰਦੇ ਵੀ ਇਹ ਜਿਹੜੇ ਆ ਸਾਡਾ ਪਰਿਵਾਰ, ਵੀ ਇਹ ਓਨਾ ਸਮਾਂ ਹੀ ਸਾਡੇ ਨਾਲ ਜੁੜੇ ਜਿੰਨਾ ਸਮਾਂ ਸਾਡੇ ਸਵਾਸ ਚੱਲਦੇ। ਜਦੋਂ ਦੇਖਿਆ ਨਿਰਧਨ ਹੋ ਗਿਆ, ਨਿਰਧਨ ਕਹਿੰਦੇ ਵੀ ਸਮਾਂ ਜਦੋਂ ਖਤਮ ਹੋ ਗਿਆ, ਸਵਾਸ ਪੂਰੇ ਹੋ ਗਏ, ਉਦੋਂ ਕਹਿੰਦੇ ਨਿਰਧਨ ਹੋ ਗਏ। ਜਦੋਂ ਕਹਿੰਦੇ ਨਿਰਧਨ ਹੋ ਗਏ, ਸਾਰੀ ਸੰਗ ਛੱਡ ਕੇ ਪਾਸੇ ਹਟ ਗਏ। ਜਬ ਹੀ ਨਿਰਧਨ ਦੇਖਿਓ ਨਰਕੋ, ਸੰਗ ਛਾੜ ਸਾ ਭਾਗੇ। ਬਈ ਜਦੋਂ ਦੇਖਿਆ ਸਭ ਪੂਰੇ ਹੋ ਗਏ, ਸਾਰੇ ਮਹਾਰਾਜ ਕਹਿੰਦੇ ਪਿੱਛੇ ਹਟ ਗਏ, ਸਾਰੇ ਭੱਜ ਗਏ ਸਾਥ ਛੱਡ ਕੇ। ਉਦੋਂ ਮਨ ਇਕੱਲਾ ਰਹਿ ਜਾਂਦਾ। ਫਿਰ ਉਦੋਂ ਕਹਿੰਦੇ ਵੀ ਹੁਣ ਔਖੀ ਘੜੀ ਆ ਗਈ, ਹੁਣ ਮੁਸੀਬਤ ਪੈ ਗਈ। ਉਸ ਮੁਸੀਬਤ ਦੇ ਵਿੱਚ ਸਾਡਾ ਪਰਮਾਤਮਾ ਨੇ ਸਾਥ ਦੇਣਾ। ਉਦੋਂ ਸਾਨੂੰ ਉਹਨੇ ਜਮਾਂ ਦੇ ਮਾਰਗ 'ਤੇ ਨਹੀਂ ਜਾਣ ਦੇਣਾ, ਜੇ ਅਸੀਂ ਉਹਦੀ ਭਗਤੀ ਕਰਾਂਗੇ, ਜੇ ਅਸੀਂ ਉਹਦੀ ਬੰਦਗੀ ਕਰਾਂਗੇ, ਜੇ ਅਸੀਂ ਨਾਮ ਦੇ ਨਾਲ ਜੁੜੇ ਹੋਵਾਂਗੇ ਤਾਂ ਇਹ ਨਾਮ ਨੇ ਸਾਡਾ ਸੰਗੀ ਸਾਥੀ ਬਣਨਾ। ਸੋ ਤਾਂ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਜਦੋਂ ਸਾਨੂੰ ਇਹ ਸੋਝੀ ਆਉਂਦੀ, ਭੇਤ ਆਉਂਦਾ, ਫਿਰ ਆਪਾਂ ਬੇਨਤੀਆਂ ਕਰਦੇ ਹਾਂ, ਔਖੀ ਘੜੀ ਨਾ ਦੇਖਣ ਦੇਈਂ, ਆਪਣਾ ਵਿਰਦ ਸੰਭਾਲੀ। ਵੀ ਮਾਲਕਾ ਸਾਨੂੰ ਉਹ ਔਖੀ ਘੜੀ ਨਾ ਦੇਖਣ ਦੀ, ਤੇਰਾ ਇਹ ਵਿਰਦ ਹੈ, ਤੇਰਾ ਸੁਭਾਅ ਹੈ ਵੀ ਜਿਹੜੇ ਤੇਰਾ ਸਿਮਰਨ ਕਰਦੇ ਤੂੰ ਉਹਨਾਂ ਨੂੰ ਔਖੀ ਘੜੀ ਦੇਖਣ ਨਹੀਂ ਦਿੰਦਾ, ਵੀ ਤੂੰ ਉਹਨਾਂ ਨੂੰ ਜਮਾਂ ਦੇ ਮਾਰਗ 'ਤੇ ਨਹੀਂ ਜਾਣ ਦਿੰਦਾ। ਇਸ ਲਈ ਫਿਰ ਗੁਰਮੁਖਾਂ ਨੇ ਬੇਨਤੀਆਂ ਕੀਤੀਆਂ, ਹਰਿ ਜੂ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਰਾਂਤਰ, ਸ਼ਰਨ ਗਹੀ ਕਿਰਪਾ ਨਿੱਧ ਤੇਰੀ। ਵੀ ਹੁਣ ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹਾਂ, ਸਾਡੇ 'ਤੇ ਕਿਰਪਾ ਕਰ, ਵੀ ਸਾਡੀ ਇੱਜ਼ਤ ਪੱਤ ਰੱਖ ਲੈ, ਵੀ ਸਾਨੂੰ ਨੰਗਿਆ ਨਾ ਹੋਣ ਦੇਈਂ, ਸਾਨੂੰ ਬੇਇੱਜ਼ਤ ਨਾ ਹੋਣ ਦੇ। ਹੁਣ ਮਾਲਕ ਦਾ ਫਿਰ ਇਹ ਵਿਰਦ ਹੈ, ਉਹਦਾ ਸੁਭਾਅ ਵੀ ਭਗਤਾਂ ਦੀ ਉਹ ਸਦਾ ਹੀ ਰੱਖਦਾ ਹੈ, ਹਰ ਇੱਕ ਯੁੱਗ ਦੇ ਵਿੱਚ ਰੱਖਦਾ ਹੈ। ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੀ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪਹਿਲਾ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਵੀ ਜਿਹੜੇ ਤਾਂ ਹੰਕਾਰੀ ਹਉਮੈ ਦੇ ਵਿੱਚ ਮਨਮੁਖ, ਉਹਨਾਂ ਨੂੰ ਪਿੱਠ ਕਰਕੇ ਅਤੇ ਉਹਨਾਂ ਨੂੰ ਆਪਦੇ ਸਨਮੁਖ ਕੀਤਾ। ਜਿਹੜੇ ਮਾਲਕ ਦੀ ਬੰਦਗੀ ਕਰਦੇ, ਜਿਹੜੇ ਉਹਦਾ ਸਿਮਰਨ ਕਰਦੇ, ਜਿਵੇਂ ਭਗਤਾਂ ਨੂੰ ਜੀਵ ਕਹਿੰਦੇ ਸੀ ਵੀ ਇਹ ਤਾਂ ਨੀਵੀਆਂ ਜਾਤਾਂ ਦੇ ਨੇ ਜੀ, ਇਹਨਾਂ ਦੀ ਕੁਲ ਨੀਵੀਂ। ਅਤੇ ਜਿਹੜੇ ਕਹਿੰਦੇ ਸੀ ਉਹ ਆਪਦੇ ਆਪ ਨੂੰ ਕਹਿੰਦੇ ਸੀ ਵੀ ਅਸੀਂ ਬਾਹਲੇ ਉੱਚੇ ਹਾਂ, ਬ੍ਰਾਹਮਣ, ਵੀ ਸਾਡੀ ਜਿਹੜੀ ਕੁਲ ਉਹ ਬਹੁਤ ਉੱਚੀ ਹੈ, ਅਸੀਂ ਬਹੁਤ ਸ੍ਰੇਸ਼ਟ ਹਾਂ, ਅਸੀਂ ਬਹੁਤ ਉੱਤਮ ਹਾਂ। ਮਾਲਕ ਨੇ ਉਹਨਾਂ ਵੱਲ ਪਿੱਠ ਕਰਕੇ ਭਗਤਾਂ ਦਾ ਇੱਜ਼ਤ ਮਾਣ ਵਧਾਏ। ਹੁਣ ਇਸ ਲਈ ਫਿਰ ਇਹ ਪਰਮਾਤਮਾ ਵਡਿਆਈਆਂ ਦਿੰਦਾ ਆਪਦੇ ਭਗਤਾਂ ਨੂੰ। ਇਸ ਲਈ ਮਹਾਰਾਜ ਕਹਿੰਦੇ ਹਰ ਕੀ ਵਡਿਆਈ ਦੇਖੋ ਸੰਤੋ,
ਹਰ ਨਿਮਾਣਿਆ ਮਾਣ ਦਵਾਵੇ। ਵੀ ਜਿਹੜਾ ਮਨ ਨਿਮਾਣਾ ਹੋ ਜਾਂਦਾ, ਨੀਵਾਂ ਹੋ ਜਾਂਦਾ, ਮਾਲਕ ਉਹਨੂੰ ਮਾਣ ਦਿੰਦਾ। ਆਪਦੇ ਭਗਤਾਂ ਨੂੰ, ਸੰਤਾਂ ਨੂੰ, ਉਹਨਾਂ ਗੁਰਸਿੱਖਾਂ ਨੂੰ ਜਿਹੜੇ ਮਾਲਕ ਦੀ ਉਸਤਤ ਵਡਿਆਈ ਕਰਦੇ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਅਸੀਂ ਪਰਮਾਤਮਾ ਨੂੰ ਚੇਤੇ ਕਰਾਂਗੇ, ਜੇ ਅਸੀਂ ਪਰਮਾਤਮਾ ਦੇ ਨਾਲ ਜੁੜਾਂਗੇ, ਉਹਨੇ ਸਾਨੂੰ ਇੱਥੇ ਵੀ ਸੁੱਖ ਦੇਣਾ ਅਤੇ ਉਹਨੇ ਅੱਗੇ ਵੀ ਸਾਡੇ ਨਾਲ ਸਦਾ ਹੀ ਹਾਜ਼ਰ ਨਾਜ਼ਰ ਰਹਿਣਾ। ਤਾਂਹੀਓ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਆਪਦੇ ਅਸਲੀ ਮਾਤਾ ਪਿਤਾ ਜਿਹੜਾ ਉਹਦੇ ਨਾਲ ਜੁੜੋ, ਉਹਦੀ ਜਾਣ ਪਹਿਚਾਣ ਕਰੋ, ਵੀ ਉਹਦੀ ਭਗਤੀ ਕਰੋ, ਉਹਦਾ ਸਿਮਰਨ ਕਰੋ, ਤਾਂ ਕਿ ਅਸੀਂ ਜੀਵਨ ਮੁਕਤ ਹੋ ਜਾਈਏ। ਹੁਣ ਇਸ ਵਾਸਤੇ ਫਿਰ ਇਹ ਆਪਾਂ ਨੂੰ ਬ੍ਰਹਮ ਦੇ ਗਿਆਨ ਦੇ ਵਿੱਚ ਇਹ ਸਾਰਾ ਭੇਦ ਦਿੱਤਾ ਜਾਂਦਾ, ਬ੍ਰਹਮ ਵਿਦਿਆ। ਹੁਣ ਜੇ ਅਸੀਂ ਇਹ ਬ੍ਰਹਮ ਦਾ ਗਿਆਨ ਲੈ ਲਾਂਗੇ, ਇਹ ਗਿਆਨ ਹੋਣ ਦੇ ਨਾਲ ਸਾਡੇ ਜਿਹੜੇ ਮਨ ਨੇ ਇਹ ਸੀਤਲ ਹੋ ਜਾਣਗੇ, ਠੰਡੇ ਹੋ ਜਾਣਗੇ। ਨਹੀਂ ਤਾਂ ਆਪਾਂ ਦੇਖਦੇ ਸੰਸਾਰ ਦੇ ਵਿੱਚ ਵੀ ਦੁਰਮਤ ਦੀ ਅਗਨ ਸਾਰੇ ਜੱਗ ਨੂੰ ਸਾੜਦੀ ਪਈ। ਘਰ ਦੇ ਵਿੱਚ ਲੜਾਈਆਂ ਝਗੜੇ, ਕਲਾ ਕਲੇਸ਼, ਬੈਰ ਵਿਰੋਧ, ਉਹ ਦੁਰਮਤ ਦੀ ਅਗਨ ਦੇ ਵਿੱਚ ਸਾਰੇ ਮਨ ਸੜਦੀ ਪਈ। ਜਿਨ੍ਹਾਂ ਨੂੰ ਇਹ ਬ੍ਰਹਮ ਦਾ ਗਿਆਨ ਹੋ ਗਿਆ, ਉਹਨਾਂ ਨੂੰ ਇਹ ਅੱਗ ਨਹੀਂ ਸਾੜਦੀ, ਉਹਨਾਂ ਦਾ ਮਨ ਠੰਡਾ ਰਹਿੰਦਾ, ਸੀਤਲ ਰਹਿੰਦਾ। ਆਪਾਂ ਉਹਨਾਂ ਤੋਂ ਪੁੱਛਦੇ ਵੀ ਤੁਹਾਨੂੰ ਕਿਉਂ ਨਹੀਂ ਸਾੜਦੀ? ਉਹ ਕਹਿੰਦੇ ਸਾਨੂੰ ਤਾਂ ਨਹੀਂ ਸਾੜਦੀ ਕਿਉਂਕਿ ਸਾਨੂੰ ਬ੍ਰਹਮ ਦਾ ਗਿਆਨ ਹੋ ਗਈ। ਮਹਾਰਾਜ ਫਰਮਾਉਂਦੇ, ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ, ਜਨ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ। ਬਈ ਜਿਹੜੀ ਜਵਾਲਾ ਸਾਰੇ ਜੱਗ ਨੂੰ ਸਾੜਦੀ, ਜਿਨ੍ਹਾਂ ਨੂੰ ਇਹ ਬ੍ਰਹਮ ਦਾ ਗਿਆਨ ਹੋ ਗਿਆ, ਉਹਨਾਂ ਨੂੰ ਪਾਣੀ ਵਰਗੀ ਠੰਡੀ ਲੱਗਦੀ। ਉਹਨਾਂ ਦਾ ਮਨ ਨਹੀਂ ਸੜਦਾ, ਉਹਨਾਂ ਦਾ ਮਨ ਨਹੀਂ ਕੱਢਦਾ। ਹੋ ਗਈ ਜਿਨ੍ਹਾਂ ਨੂੰ ਇਹ ਸੋਝੀ ਹੋ ਗਈ, ਜਿਨ੍ਹਾਂ ਨੇ ਇਹ ਸਤਿਗੁਰ ਦੀ ਸਿੱਖਿਆ ਲੈ ਲਈ। ਇਸ ਵਾਸਤੇ ਜੋ ਗੁਰਬਾਣੀ ਗੁਰੂ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ, ਕੋਈ ਮਾਮੂਲੀ ਗਿਆਨ ਨਹੀਂ। ਇਹ ਬ੍ਰਹਮ ਵਿਦਿਆ, ਬ੍ਰਹਮ ਦਾ ਗਿਆਨ ਹੈ। ਇਹ ਇਕੱਲਾ ਪੜ੍ਹਨ ਦਾ ਜਾਂ ਇਕੱਲਾ ਗਾਉਣ ਦਾ ਵਿਸ਼ਾ ਨਹੀਂ, ਇਹ ਮੰਨਣ ਦਾ, ਇਹ ਅਨੁਭਵੀ ਗਿਆਨ ਹੈ, ਕਮਾਉਣ ਦਾ ਵਿਸ਼ਾ। ਮਹਾਰਾਜ ਤਾਈਓ ਫਰਮਾਉਂਦੇ, ਲੋਕ ਜਾਣੇ ਇਹ ਗੀਤ ਹੈ ਤੋ ਬ੍ਰਹਮ ਵਿਚਾਰ। ਵੀ ਇਹ ਤਾਂ ਬ੍ਰਹਮ ਦੀ ਵਿਚਾਰ, ਬ੍ਰਹਮ ਦਾ ਗਿਆਨ ਹੈ। ਜਿਹੜਾ ਵੀ ਇਹ ਬ੍ਰਹਮ ਦੇ ਗਿਆਨ ਨੂੰ ਸੁਣੇਗਾ ਧਿਆਨ ਦੇ ਨਾਲ ਅਤੇ ਸੁਣ ਕੇ ਮੰਨੇਗਾ, ਕਮਾਏਗਾ, ਉਹਦਾ ਪਾਰ ਉਤਾਰਾ ਹੋ ਜਾਏਗਾ, ਭਵ ਸਾਗਰ ਭਵ ਜਲ ਤੋਂ ਪਾਰ ਲੰਘ ਜੇ। ਇਸ ਲਈ ਮਹਾਰਾਜ ਕਹਿੰਦੇ ਵੀ ਅਸੀਂ ਬ੍ਰਹਮ ਦੀ ਵਿਚਾਰ ਕਰਦੇ ਹਾਂ। ਜਿਹੜਾ ਧਿਆਨ ਨਾਲ ਸੁਣਦਾ ਅਤੇ ਸੁਣ ਕੇ ਮੰਨਦਾ, ਉਹ ਭਵ ਸਾਗਰ ਤੋਂ ਪਾਰ ਲੰਘ ਜਾਂਦਾ, ਉਹਦਾ ਮਾਲਕ ਨਾਲ ਮਿਲਾਪ ਹੋ ਜਾਂਦਾ। ਮਹਾਰਾਜ ਫਰਮਾਉਂਦੇ, ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੇ ਸੋ ਉਤਰੇ ਪਾਰ। ਬਈ ਜਿਹੜਾ ਸੁਣੇਗਾ, ਸੁਣ ਕੇ ਕਮਾਏਗਾ, ਉਹਦਾ ਪਾਰ ਉਤਾਰਾ ਹੋ ਜਾਏਗਾ। ਹੁਣ ਕਿਵੇਂ ਅਸੀਂ ਕਮਾਈਏ? ਅਤੇ ਕਮਾਉਣ ਵਾਸਤੇ ਸਾਨੂੰ ਸਿਮਰਨ ਕਰਨਾ ਪੈਣਾ। ਜਦੋਂ ਅਸੀਂ ਸਿਮਰਨ ਕਰਾਂਗੇ, ਸੰਤਾਂ ਦਾ ਵਚਨ ਮੰਨਾਂਗੇ, ਅਤੇ ਫਿਰ ਅਸੀਂ ਇਹ ਭਵ ਸਾਗਰ ਤੋਂ ਪਾਰ ਲੰਘਾਂਗੇ। ਮਹਾਰਾਜ ਤਾਈਓ ਸਾਨੂੰ ਫਰਮਾਉਂਦੇ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀਏ। ਬਈ ਜੇ ਅਸੀਂ ਸੰਤਾਂ ਦਾ, ਸਾਧੂਆਂ ਦਾ, ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ, ਅਸੀਂ ਇਹਨਾਂ ਦਾ ਬਚਨ ਮੰਨੀਏ ਅਤੇ ਅਸੀਂ ਤਰ ਜਾਂਗੇ। ਆਹ ਹੁਣ ਜੋ ਸਾਨੂੰ ਬਚਨ ਕਰਦੇ ਸਿਮਰਨ ਕਰਨ ਨੂੰ, ਆਪ ਇਹਨਾਂ ਦਾ ਬਚਨ ਮੰਨੀਏ, ਤਾਂ ਕਿ ਇਹ ਬਚਨ ਨੂੰ ਕਮਾ ਕੇ ਹਿਰਦੇ 'ਚ ਵਸਾ ਕੇ ਜਿਹੜਾ ਆਪਣਾ ਵੀ ਪਾਰ ਉਤਾਰਾ ਹੋ ਜੀ। ਆਓ ਸਾਰੇ ਗੁਰਮੁਖ ਪਿਆਰੇ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ ਹੁੰਦਾ ਤੇ ਇਹਨੂੰ ਆਰਜੀ ਨਹੀਂ ਲੈਣਾ ਵੀ ਇਹਨੂੰ ਇਹ ਨਹੀਂ ਸਮਝਣਾ ਵੀ ਚਲੋ ਕੋਈ ਨਹੀਂ ਜੀ ਕਰ ਲਾਂਗੇ, ਇਹ ਕਿਹੜਾ ਕੋਈ ਵੱਡੀ ਗੱਲ ਹੈ। ਇਹ ਸਭ ਤੋਂ ਉੱਤਮ ਕਰਮ ਹੈ, ਸਭ ਤੋਂ ਸ੍ਰੇਸ਼ਟ ਪਰਮਾਤਮਾ ਦਾ ਸਿਮਰਨ ਕਰਨਾ। ਵਾਹਿਓ ਮਹਾਰਾਜ ਫਰਮਾਉਂਦੇ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਵੀ ਇਹ ਅਸੀਂ ਸਭ ਤੋਂ ਸ੍ਰੇਸ਼ਟ ਤੇ ਸਭ ਤੋਂ ਉੱਤਮ ਕੰਮ ਕਰ ਰਹੇ ਹਾਂ ਜਦੋਂ ਅਸੀਂ ਸਿਮਰਨ ਕਰਦੇ। ਜਿਵੇਂ ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਨਾ ਵੀ ਕੋਈ ਜੀਵ ਕਹਿੰਦਾ ਵੀ ਮੈਂ ਬੜਾ ਉੱਚਾ ਕੰਮ ਕਰ ਰਿਹਾ, ਬੜਾ ਵਧੀਆ ਕਰ ਰਿਹਾ, ਤੇ ਉਹ ਬੜੇ ਧਿਆਨ ਨਾਲ ਕਰਤ। ਹੁਣ ਸਤਿਗੁਰੂ ਕਹਿੰਦੇ ਵੀ ਇਹ ਸਭ ਤੋਂ ਸ੍ਰੇਸ਼ਟ ਹੈ,
ਤੇ ਇਹਨੂੰ ਬੜਾ ਧਿਆਨ ਨਾਲ ਕਰਨਾ, ਬੜੀ ਆਪਾਂ ਅਹਿਮੀਅਤ ਦੇਣੀ ਹੈ ਇਹਨੂੰ, ਵੀ ਇਹਨੂੰ ਮਾਮੂਲੀ ਨਹੀਂ ਸਮਝਣਾ। ਜੋ ਸਤਿਗੁਰੂ ਸਾਨੂੰ ਉਪਦੇਸ਼, ਜੋ ਸਾਨੂੰ ਗਿਆਨ ਦਿੰਦੇ, ਇਹ ਗਿਆਨ ਨੂੰ ਮਾਮੂਲੀ ਨਹੀਂ ਸਮਝਣਾ। ਇਹ ਗਿਆਨ ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਉੱਤਮ ਵਿਦਿਆ ਹੈ। ਜੇ ਅਸੀਂ ਇਹਨੂੰ ਵਿਚਾਰਾਂਗੇ ਇਹ ਸਾਡਾ ਜਿਹੜਾ ਸੁਭਾਅ ਉਹ ਪਰਉਪਕਾਰ ਵਾਲਾ ਹੋ ਜਾਏਗਾ। ਤਾਈਓ ਮਹਾਰਾਜ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਬਈ ਜੇ ਅਸੀਂ ਇਹ ਵਿਦਿਆ ਨੂੰ ਵਿਚਾਰਾਂਗੇ ਤੇ ਸਾਡਾ ਸੁਭਾਅ ਪਰਉਪਕਾਰ ਵਾਲਾ ਹੋ ਜਾਂਦਾ। ਪਰਉਪਕਾਰੀ ਕੌਣ ਹੁੰਦੇ? ਪਰਉਪਕਾਰੀ ਹੁੰਦੇ ਗੁਰਮੁਖ। ਤੇ ਜੇ ਸਾਡਾ ਸੁਭਾਅ ਪਰਉਪਕਾਰ ਵਾਲਾ ਬਣ ਗਿਆ ਤੇ ਆਪਾਂ ਵੀ ਗੁਰਮੁਖ ਬਣ ਜਾਣਾ। ਤਾਈਓ ਮਹਾਰਾਜ ਸਾਨੂੰ ਸਮਝਾਉਂਦੇ ਨਾ ਵੀ ਇਸ ਸੰਸਾਰ ਦੇ ਵਿੱਚ ਜਿਹੜੇ ਜਾਨੋ ਪਰਉਪਕਾਰੀ ਆਉਂਦੇ, ਵੀ ਜਿਹੜੇ ਸਾਨੂੰ ਇਹ ਪਰਮਾਤਮਾ ਦੀ ਭਗਤੀ ਦੇ ਉੱਤੇ ਲਾਉਂਦੇ, ਜਿਹੜੇ ਸਾਨੂੰ ਵਿਛੜਿਆਂ ਨੂੰ ਫਿਰ ਪਰਮਾਤਮਾ ਦੇ ਨਾਲ ਮਿਲਾ ਦਿੰਦੇ। ਮਹਾਰਾਜ ਇਸ ਲਈ ਫਰਮਾਉਂਦੇ ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਵਣ, ਹਰ ਸਿਉ ਲੈਣ ਮਲਾਈ। ਬਈ ਇਹ ਸਭ ਤੋਂ ਵੱਡਾ ਪਰਉਪਕਾਰ, ਪਰਮਾਤਮਾ ਦੇ ਨਾਲ ਕਿਸੇ ਨੂੰ ਜੋੜਨਾ, ਕਿਸੇ ਭੁੱਲੇ ਹੋਏ ਜੀਵ ਨੂੰ ਰਸਤਾ ਦੱਸਣਾ, ਉਹਨੂੰ ਇਹ ਮਾਰਗ ਦਾ ਭੇਦ ਦੇਣਾ, ਇਹ ਸਭ ਤੋਂ ਵੱਡਾ ਦਾਨ ਹੈ। ਇਹਨੂੰ ਪਰਉਪਕਾਰ ਕਹਿੰਦੇ। ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਇਹ ਵਿਦਿਆ ਨੂੰ ਵਿਚਾਰਾਂਗੇ, ਜੇ ਅਸੀਂ ਗੁਰਬਾਣੀ ਗੁਰੂ ਨੂੰ ਸਹੀ ਦੇ ਵਿੱਚ ਵਿਚਾਰਾਂਗੇ ਤੇ ਸਾਡਾ ਸੁਭਾਅ ਪਰਉਪਕਾਰ ਵਾਲਾ ਹੋ ਜਾਏਗਾ। ਤੇ ਇਸ ਵਾਸਤੇ ਕਹਿੰਦੇ ਵੀ ਇਹ ਗਿਆਨ ਨੂੰ ਆਰਜੀ ਨਹੀਂ ਲੈਣਾ, ਵੀ ਇਹਨੂੰ ਬਹੁਤ ਅਹਿਮੀਅਤ ਦੇਣੀ। ਵੀ ਇਹ ਅਸੀਂ ਜੋ ਸੰਗਤ ਕਰਦੇ ਹਾਂ, ਜੋ ਸਾਨੂੰ ਸਤਿਗੁਰੂ ਸਮਝਾ ਰਹੇ, ਵੀ ਇਹ ਸਭ ਤੋਂ ਉੱਤਮ ਤੇ ਸਭ ਤੋਂ ਸ੍ਰੇਸ਼ਟ। ਜਦੋਂ ਅਸੀਂ ਇਹਨੂੰ ਸਹੀ ਦੇ ਵਿੱਚ ਵਿਚਾਰਾਂਗੇ ਤੇ ਜੇ ਇਹ ਗਿਆਨ ਸਾਨੂੰ ਹੋ ਜਾਏਗਾ, ਸਾਡੇ ਹਿਰਦੇ 'ਚ ਵਸ ਜਾਏਗਾ, ਇਹ ਗਿਆਨ ਹੋਣ ਦੇ ਨਾਲ ਹੀ ਸਾਡੇ ਮਨਾਂ ਨੇ ਠੰਡੇ ਹੋ ਜਾਣਾ, ਸੀਤਲ ਹੋ ਜਾਣਾ। ਇਸ ਵਾਸਤੇ ਫਿਰ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਅਤੇ ਵੱਧ ਤੋਂ ਵੱਧ ਅਸੀਂ ਸਤ ਸੰਗਤ ਕਰਨੀ ਹੁੰਦੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਵੀ ਜੋ ਸਾਨੂੰ ਸਤਿਗੁਰੂ ਉਪਦੇਸ਼ ਬਖਸ਼ਿਸ਼ ਕਰ ਰਹੇ, ਆਪਾਂ ਨੂੰ ਬੜਾ ਸੌਖਾ ਕਰਕੇ ਸਮਝਾਇਆ ਵੀ ਤਾਂ ਕਿ ਆਪਾਂ ਨੂੰ ਸਮਝ ਲੱਗ ਜੇ ਤੇ ਆਪਾਂ ਵੀ ਇਹ ਬਚਨਾਂ ਨੂੰ ਕਮਾ ਕੇ ਮੰਨ ਕੇ ਆਪਣੇ ਜੀਵਨ ਦਾ ਜੋ ਲਾਹਾ ਹੈ ਉਹ ਅਸੀਂ ਲਾਹਾ ਖੱਟੀਏ, ਤਾਂ ਕਿ ਸਾਡੇ ਮਨ ਨੂੰ ਫਿਰ ਪਛਤਾਉਣਾ ਨਾ ਪਵੇ। ਤਾਈਓ ਮਹਾਰਾਜ ਸਾਨੂੰ ਪਹਿਲਾਂ ਹੀ ਸਾਵਧਾਨ ਕਰਦੇ। ਤਾਈਓ ਕਹਿੰਦੇ ਰਾਮ ਸਿਮਰ ਪਛਤਾਏਗਾ ਮਨ, ਵੀ ਹੁਣ ਤੂੰ ਸਿਮਰਨ ਕਰ ਲੈ, ਨਹੀਂ ਤਾਂ ਪਛਤਾਉਣਾ ਪਊ। ਤੇ ਆਪਾਂ ਕਾਹਨੂੰ ਪਛਤਾਉਣਾ, ਆਪਾਂ ਪਹਿਲਾਂ ਹੀ ਕਰੀ ਜਾਣਾ। ਤਾਈਓ ਬਈ ਤਾਂ ਕਿ ਸਾਡੇ ਹਿਰਦੇ 'ਚ ਵਸ ਜੀ, ਸਾਨੂੰ ਪਛਤਾਉਣ ਦੀ ਲੋੜ ਹੀ ਨਾ ਪਵੇ। ਜੇ ਅਸੀਂ ਵਚਨ ਮੰਨਾਂਗੇ ਤੇ ਸਾਨੂੰ ਫਿਰ ਨਹੀਂ ਪਛਤਾਉਣਾ ਪੈਣਾ, ਜਦੋਂ ਨਹੀਂ ਮੰਨਾਂਗੇ ਫਿਰ ਪਛਤਾਉਣਾ ਪੈਂਦਾ। ਜਿਵੇਂ ਆਪਾਂ ਸੰਸਾਰ 'ਚ ਵੀ ਕਹਿੰਦੇ ਹਾਂ ਨਾ ਵੀ ਬੱਚਾ ਮਾਂ ਪਿਓ ਦਾ ਜੇ ਕਹਿਣਾ ਨਹੀਂ ਮੰਨਦਾ ਵੀ ਫਿਰ ਉਹਨੂੰ ਪਛਤਾਉਣਾ ਪੈਂਦਾ, ਕਿਉਂਕਿ ਉਹਨੇ ਮੰਨਿਆ ਨਹੀਂ। ਹੁਣ ਇਸੇ ਤਰ੍ਹਾਂ ਹੀ ਗੁਰਬਾਣੀ ਗੁਰੂ, ਜੇ ਅਸੀਂ ਇਹਨਾਂ ਦਾ ਵਚਨ ਨਹੀਂ ਮੰਨਾਂਗੇ ਤੇ ਸਾਨੂੰ ਫਿਰ ਬਹੁਤ ਪਛਤਾਉਣਾ ਪੈਣਾ। ਜੇ ਅਸੀਂ ਮੰਨ ਲਾਂਗੇ ਤੇ ਫਿਰ ਨਹੀਂ ਸਾਨੂੰ ਪਛਤਾਉਣਾ ਪੈਂਦਾ। ਇਸ ਵਾਸਤੇ ਹੁਣ ਆਪਾਂ ਇਹਨਾਂ ਦਾ ਕਹਿਣਾ ਮੰਨਣਾ। ਸੋ ਇੰਨੀਆਂ ਬੇਨਤੀਆਂ ਨੇ। ਇਹ ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।